ਮੋਦੀ ਸਰਕਾਰ ਦਾ 1 ਸਾਲ ਪੂਰਾ ਹੋ ਚੁੱਕਿਆ ਹੈ। ਕੀ ਉਸ ਦੌਰਾਨ ਅਚੀਵਮੈਂਟ ਰਹੀਆਂ ਸਰਕਾਰ ਦੀਆਂ, ਉਸ ਤੇ ਗੱਲ ਕਰਨ ਲਈ ਮੇਰੇ ਨਾਲ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ, ਜੋ ਕਿ ਮੋਦੀ ਸਰਕਾਰ ਪਾਰਟ 1 ਜਿਹੜੀ ਸੀ ਉਹਦੇ ਵਿੱਚ ਵੀ ਮੰਤਰੀ ਰਹੇ ਨੇ ਤੇ ਹੁਣ ਵੀ ਇੱਕ ਬਹੁਤ ਅਹਿਮ ਇਹਨਾਂ ਕੋਲ ਪੋਰਟਫੋਲੀਓ ਹੈ। ਹਰਸਿਮਰਤ ਜੀ, ਸਾਲ ਇੱਕ ਪੂਰਾ ਹੋ ਗਿਆ ਸਰਕਾਰ ਦੀਆਂ, ਜੇ ਅਚੀਵਮੈਂਟਸ ਦੀ ਗੱਲ ਕਰੀਏ ਤੇ ਕੀ ਤੁਸੀਂ ਕਿਵੇਂ ਰੇਟ ਕਰਦੇ ਹੋ? ਪਹਿਲਾ ਸਾਲ ਕਿਵੇਂ ਰਿਹਾ ਸਰਕਾਰ ਦਾ? ਦੇਖੋ, ਇਸ ਸਰਕਾਰ ਨੂੰ ਤੁਸੀਂ ਪਹਿਲਾ ਸਾਲ नहीं देख सकते। मैं कहती हाँ कि ये छठा साल हैगा, क्योंकि एक सरकार कंटिन्यूएशन च काम करती है कि 5 साल च जिहड़ा उन्होंने काम किए, लोगों ने उन्होंने कामां च मोहर लाई तो पहले तो भी वड्डी गिनती दे नाल उन्होंने दोबारा सरकार बनाने का मौका इस करके दिता कि पहले कामां नूं वो अगे लैके जा सकन। सो मैं ਇਹਨੂੰ ਕਿਹਾ ਜਾਏ ਕਿ ਸਾਲ ਭਰ 'ਚ ਕੀ ਅਚੀਵ ਕੀਤਾ, ਮੈਂ ਕਹਾਂਗੀ ਕਿ ਪਿਛਲੇ 5 ਸਾਲਾਂ ਦੇ ਕੰਮਾਂ ਨੂੰ ਹੋਰ ਅੱਗੇ ਲਿਜਾਣ ਵਾਸਤੇ ਉਹਨਾਂ ਨੇ ਕੰਮ ਕੀਤਾ। ਲੇਕਿਨ ਅੱਜ ਜਦ ਮੈਂ ਪਹਿਲੇ ਸਾਲ ਦੀ ਜੇ ਮੈਂ ਗੱਲ ਕਰਾਂ, ਅਨਫੋਰਚੂਨੇਟਲੀ ਦੁਨੀਆ ਤੇ ਦੇਸ਼ ਦੇ ਇਸ ਮਹਾਮਾਰੀ ਦੇ ਕਾਰਨ ਹਾਲਾਤ ਹੀ ਐਸੇ ਨੇ ਜਿਨੇ ਦੁਨੀਆ ਦੀ ਅਰਥਵਿਵਸਥਾ ਨੂੰ, ਦੇਸ਼ ਦੀ ਅਰਥਵਿਵਸਥਾ ਨੂੰ, ਸੂਬੇ ਦੀ ਅਰਥਵਿਵਸਥਾ, ਸਾਰੇ ਪਰਿਵਾਰ ਦੀ ਅਰਥਵਿਵਸਥਾ ਨੂੰ ਇਸ ਤਰ੍ਹਾਂ ਹਿਲਾ ਕੇ ਰੱਖਤਾ ਹੈ ਕਿ ਬੰਦੇ ਨੂੰ ਪੁੱਛਣਾ ਸਾਰਾ ਕੁਝ ਹੀ ਭੁੱਲ ਗਿਆ ਹੈ। ਸਿਰਫ ਅੱਜ ਮੈਂ ਕਿਵੇਂ ਸਰਵਾਈਵ ਕਰਾਂ ਤੇ ਕਿਵੇਂ ਇਸ ਚੀਜ਼ ਤੋਂ ਸਹੀ ਸਲਾਮਤ ਬਾਹਰ ਨਿਕਲ ਕੇ ਆਪਣੀ ਕਮਾਈ ਕਰਾਂ, ਅੱਜ ਹਰੇਕ ਦੇ ਮਨ 'ਚ ਇਹੀ ਗੱਲ ਦਾ ਸਭ ਤੋਂ ਵੱਡਾ ਦਬਾਅ ਹੈਗਾ। ਸੋ ਅੱਜ ਮੈਂ ਕਹਿ ਸਕਦੀ ਹਾਂ ਕਿ ਪਿਛਲੇ 6 ਸਾਲ ਦੇ ਕੰਮ ਲੋਕਾਂ ਨੇ ਦੁਬਾਰਾ ਸਰਕਾਰ ਵੱਡੀ ਗਿਣਤੀ ਨਾਲ ਬਣਾਈ, ਉਹਨਾਂ ਨੇ ਮੋਹਰ ਲਾਈ। ਹੁਣ ਇਸ ਮਹਾਮਾਰੀ ਦੀ ਲੜਾਈ, ਕਿਉਂਕਿ ਇਹਦੇ ਉੱਤੇ ਸਾਰੇ ਜੱਜ ਕਰਨਗੇ, ਇੱਥੇ ਵੀ ਮੈਂ ਸਮਝਦੀ ਹਾਂ ਕਿ ਕਿਸੇ ਦੀ ਜ਼ਿੰਦਗੀ 'ਚ ਇਹੋ ਜਿਹੇ ਹਾਲਾਤ ਕਦੇ ਪੈਦਾ ਹੋਏ ਨਹੀਂ ਸੀ ਕਿ ਜਿੱਥੇ ਕੁਦਰਤ ਨੇ ਇਨਸਾਨ ਨੂੰ ਆਪਣੀ ਔਕਾਤ ਸਿਖਾਤੀ। ਅੱਜ ਵੀ ਇਸ ਬਿਮਾਰੀ ਦਾ ਇਲਾਜ ਕੀ ਹੈ, ਇਹ ਕਿੰਨੇ ਲੋਕੀ ਮਾਰੂਗੀ, ਕਦੋਂ ਖਤਮ ਹੋਗੀ, ਕੁਝ ਨਹੀਂ ਪਤਾ। ਲੌਕਡਾਊਨ ਕਰਕੇ ਅਰਥ ਵਿਵਸਥਾ ਦੇ ਜਿਹੜੇ ਹਾਲਾਤ ਹੋਏ, ਲੋਕਾਂ ਦੀ ਇਨਕਮ ਦੇ ਜਿਹੜੇ ਹਾਲਾਤ ਹੋਏ, ਹੁਣ ਜਾਨ ਵੀ ਬਚਾਣੀ ਤੇ ਇਨਕਮ ਵੀ ਬਚਾਣੀ, ਇਹ ਇੱਕ ਦੋ ਬਹੁਤ ਵੱਡੀ ਚੁਣੌਤੀ ਹੈ। ਤੁਸੀਂ ਲੌਕਡਾਊਨ ਦੀ ਗੱਲ ਕੀਤੀ, ਲੌਕਡਾਊਨ ਜਦੋਂ ਪਹਿਲਾਂ ਇੰਪਲੀਮੈਂਟ ਕੀਤਾ ਸੀ ਬਹੁਤ ਥੋੜੇ ਕੇਸ ਸੀ, ਲੇਕਿਨ ਹੁਣ ਜਿਹੜਾ ਕੀ ਮਜਬੂਰੀ ਸਰਕਾਰ ਦੀ ਬਣ ਗਈ ਕਿ ਲੌਕਡਾਊਨ ਨੂੰ ਖੋਲ੍ਹਣਾ ਪਿਆ ਜਦੋਂ ਕੇਸ ਬਹੁਤ ਜ਼ਿਆਦਾ ਵੱਧ ਰਹੇ ਹੈ? ਕਿ ਮੈਂ ਇਕਨੋਮੀ ਜਿਹੜੀ ਦੇਸ਼ ਔਰ ਸਟੇਟਸ ਦੀ ਹੈ ਉਹਨੂੰ ਮੁੱਖ ਰੱਖਦੇ ਹੋਏ ਡਿਸੀਜਨ ਲੈਣਾ ਪਿਆ ਕਿਉਂਕਿ ਬਹੁਤ ਜ਼ਿਆਦਾ ਕੇਸ ਵੱਧ ਰਹੇ ਆ, ਰਿਕਾਰਡ ਕੇਸ ਹਰ ਰੋਜ਼ ਵੱਧ ਰਹੇ ਨੇ? ਲੌਕਡਾਊਨ ਕਰਨ ਦਾ ਇੱਕ ਵੱਡਾ ਫੈਸਲਾ ਲੈਣਾ ਹੀ ਆ ਕਾਰਨ ਸੀ ਕਿ ਇਹ ਚੇਨ ਤੋੜਨੀ ਹੈ। ਉਹ ਚੇਨ ਸਿਰਫ ਤਾਂ ਟੁੱਟੂਗੀ ਜੇ ਸਾਰੇ ਆਪਣੇ ਘਰਾਂ 'ਚ ਬੰਦ ਹੋ ਜਾਣ, ਜਿਹਦੇ ਕਾਰਨ ਤੁਸੀਂ ਦੇਖਿਆ ਕਿ ਜਿਸ ਦੀ ਇੰਨੀ ਵੱਡੀ 125 ਕਰੋੜ ਦੀ ਆਬਾਦੀ ਵਿੱਚ ਅੱਜ ਦੇਸ਼ ਦੇ ਵਿਕਸਿਤ 15 ਦੇਸ਼ਾਂ ਨੂੰ ਲੈ ਲਈਏ, ਉਹ ਆਬਾਦੀ ਉਹਨਾਂ 15 ਦੇਸ਼ਾਂ ਦੀ ਲੈ ਲਈਏ, ਅੱਜ ਉਹਨਾਂ ਦੀ ਲੱਖਾਂ ਦੇ ਮੌਤਾਂ ਹੋਈਆਂ ਨੇ ਤੇ ਕਈ ਲੱਖਾਂ ਦੀ ਉਹਨਾਂ ਦੀ ਕੋਵਿਡ ਦੇ ਕੇਸਿਸ ਨੇ। ਉਹਨਾਂ ਦੇ ਅਰਥ ਵਿਵਸਥਾ ਵੀ ਸਾਡੇ ਤੋਂ ਵਧੀਆ ਹੈਗੀ ਤੇ ਉਹਨਾਂ ਦੀ ਸਿਹਤ ਸਹੂਲਤਾਂ ਵੀ ਸਾਡੇ ਤੋਂ ਵਧੀਆ ਹੈਗੀਆਂ। ਲੇਕਿਨ ਇਹਦੇ ਬਾਵਜੂਦ ਹਿੰਦੁਸਤਾਨ ਦੀ ਸਰਕਾਰ ਦੇ ਫੈਸਲੇ ਤੇ ਲਾਕਡਾਊਨ ਦੀ ਸਕਸੈਸ ਕਰਕੇ ਲੋਕਾਂ ਨੇ ਜਿਵੇਂ ਇਹਨੂੰ ਸਕਸੈਸਫੁਲ ਬਣਾਇਆ, ਜਿਹਦੇ ਕਰਕੇ ਤੇ ਲਾਕਡਾਊਨ ਦੀ ਸਕਸੈਸ ਕਰਕੇ ਲੋਕਾਂ ਨੇ ਜਿਵੇਂ ਇਹਨੂੰ ਸਕਸੈਸਫੁਲ ਬਣਾਇਆ, ਜਿਹਦੇ ਕਰਕੇ ਜਿਸ ਤਰ੍ਹਾਂ ਆਪਾਂ ਸੋਚਦੇ ਸੀ ਹਿੰਦੁਸਤਾਨ 'ਚ ਤਾਂ ਪਤਾ ਨਹੀਂ ਕਿੰਨੇ ਮਰ ਜਾਣਗੇ ਤਾਂ ਕਿੰਨਾ ਹੋ ਜਾਊਗਾ, ਉਹ ਬਹੁਤ ਘੱਟ ਹੈ। 15 ਦੇਸ਼ਾਂ ਦੇ ਬਰਾਬਰ ਲੈ ਕੇ ਵੀ ਹਿੰਦੁਸਤਾਨ ਦੀ ਮੌਤ ਦੀ ਰੇਟ ਵੀ ਘੱਟ ਹੈ ਤੇ ਕੋਵਿਡ ਦੇ ਕੇਸਿਸ। ਲੇਕਿਨ ਜਿਹੜੇ ਕਾਂਗਰਸ ਨੇਤਾ ਰਾਹੁਲ ਗਾਂਧੀ, ਉਹਨਾਂ ਨੇ ਕਿਹਾ ਕਿ ਲਾਕਡਾਊਨ ਪੂਰੀ ਤਰ੍ਹਾਂ ਫਲॉप ਰਿਹਾ ਹੈ, ਕੇਸਿਸ ਜਿਹੜੇ ਆ ਲਾਕਡਾਊਨ 'ਚ ਵਧਦੇ ਰਹੇ ਆ, ਇਹਨੂੰ ਕਿਵੇਂ ਦੇਖਦੇ ਹੋ? ਜਿਹੜੇ ਫਲॉप ਲੀਡਰ ਦੀ ਤੁਸੀਂ ਗੱਲ ਕਰ ਰਹੇ ਹੋ, ਉਹਨੂੰ ਤਾਂ ਪਹਿਲੇ ਹੀ ਲੋਕਾਂ ਨੇ ਫਲॉप ਕਰਤਾ ਹੈ। ਸੋ ਵਿਚਾਰੇ ਉਹਨਾਂ ਨੂੰ ਸ਼ਾਇਦ ਸਮਝ ਹੀ ਨਹੀਂ ਆਈ ਹੋਊਗੀ ਗੱਲ। ਪਹਿਲੀ ਗੱਲ, ਲਾਕਡਾਊਨ ਜਦ ਕੀਤਾ ਸਾਰਿਆਂ ਨੇ ਇਹਦਾ ਸਵਾਗਤ ਕੀਤਾ ਤੇ ਜੇ ਲਾਕਡਾਊਨ ਫਲॉप ਹੁੰਦਾ ਤੇ ਫਿਰ ਹਿੰਦੁਸਤਾਨ ਦੀ ਆਬਾਦੀ ਦੇ ਹਿਸਾਬ ਦੇ ਨਾਲ ਤਾਂ ਅਮਰੀਕਾ ਨੂੰ ਵੀ ਅਸੀਂ ਬੀਟ ਕਰ ਦੇਣਾ ਸੀ ਕੋਵਿਡ ਦੀ ਮੌਤਾਂ ਤੇ ਕੇਸਿਸ ਦੇ ਨਾਲ। ਸੋ ਦਾ ਫੈਕਟ ਕਿ ਅਮਰੀਕਾ ਹੋਏ, ਜਰਮਨੀ ਹੋਏ, ਯੂਰਪ ਦਾ ਕੋਈ ਵੀ ਦੇਸ਼ ਹੋਏ, ਸਪੇਨ, ਇਟਲੀ, ਫਰਾਂਸ, ਕੋਈ ਵੀ ਹੋਏ, ਜਿੰਨੀ ਮੌਤਾਂ, ਇੰਨੀ ਜੀ ਆਬਾਦੀ ਵਿੱਚ ਇੰਨੀ ਵੱਡੀਆਂ ਮੌਤਾਂ ਹੋਈਆਂ ਨੇ ਤੇ ਇੰਨੀ ਵੱਡੀ ਆਬਾਦੀ 'ਚ ਇੰਨੀ ਘੱਟ ਮੌਤਾਂ ਹੋਈਆਂ, ਇਹਦਾ ਮਤਲਬ ਫੈਸਲਾ ਬਿਲਕੁਲ ਸਹੀ ਸੀਗਾ। ਲੇਕਿਨ ਇਹ ਫੈਸਲਾ ਸਹੀ ਹੋਣ ਦੇ ਨਾਲ, ਜਿਵੇਂ ਤੁਸੀਂ ਕਿਹਾ ਕਿ ਹੁਣ ਲਾਈਫ ਵਰਸਸ ਲਾਈਵਲੀਹੁੱਡ ਦੀ ਗੱਲ ਆ ਗਈ। ਹੁਣ ਲੋਕਾਂ ਦੀ ਜਾਨ ਤਾਂ ਬਚ ਗਈ ਸੀਗੀ, ਲੇਕਿਨ ਉਹਨਾਂ ਨੇ ਹੁਣ ਆਪਣੇ ਆਪ ਨੂੰ ਸਸਟੇਨ ਕਰਨ ਵਾਸਤੇ, ਉਹਦੇ ਵਾਸਤੇ ਸਾਨੂੰ ਇਹ ਲਾਕਡਾਊਨ ਸਾਰੀ, ਤੁਸੀਂ ਦੇਖਿਆ ਪ੍ਰਧਾਨ ਮੰਤਰੀ ਜੀ ਨੇ 5-6 ਵਾਰੀ ਸਾਰੇ ਮੁੱਖ ਮੰਤਰੀਆਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਆਪ ਨਹੀਂ ਫੈਸਲਾ ਲਿੱਤਾ, ਜਦ ਸਾਰੀ ਸਟੇਟਾਂ ਤੋਂ ਇਹ ਸਲਾਹ ਮਸ਼ਵਰਾ ਆਏ, ਜਿਹਦੇ ਕਰਕੇ ਇਹ ਅਨਲੌਕ ਦਾ ਫੈਸਲਾ ਸ਼ੁਰੂ ਕੀਤਾ ਹੌਲੀ ਹੌਲੀ ਇਕਨੋਮੀ ਨੂੰ ਰਿਵਾਈਵ ਕਰਨ ਵਾਸਤੇ। ਹੁਣ ਸਾਰੀ ਸਟੇਟਾਂ ਦੇ ਕੋਲ ਆਪਣੇ ਹੀ ਉਹਨਾਂ ਦੇ ਹੱਥ ਵਿੱਚ ਹੈਗਾ ਕਿ ਤੁਸੀਂ ਕਿੱਥੇ ਖੋਲਣਾ ਚਾਹੁੰਦੇ ਹੋ, ਕਿਹਨੂੰ ਰੈੱਡ ਜ਼ੋਨ, ਕਿਹਨੂੰ ਔਰੇਂਜ ਜ਼ੋਨ, ਕਿਹਨੂੰ ਗ੍ਰੀਨ ਜ਼ੋਨ, ਕਿੰਨਾ ਖੋਲਣਾ ਹੈ ਤੇ ਕਿੰਨਾ ਦਬਾ ਕੇ ਰੱਖਣਾ ਹੈ, ਇਹ ਸਟੇਟਾਂ ਨੇ ਫੈਸਲਾ ਕਰਕੇ। ਅੱਛਾ, ਕੇਂਦਰ ਸਰਕਾਰ ਨੇ ਇਕਨੋਮੀ ਨੂੰ ਸਟਿਮੂਲੇਟ ਕਰਨ ਲਈ 20,000 ਕਰੋੜ ਦਾ ਇੱਕ ਪੈਕੇਜ ਦਿੱਤਾ ਹੈ, 20 ਲੱਖ ਕਰੋੜ ਦਾ। ਔਰ ਬਹੁਤ ਸਾਰੇ ਲੋਕਾਂ ਨਾਲ ਜਦੋਂ ਗੱਲ ਹੁੰਦੀ ਹੈ, ਚਾਹੇ ਉਹ
ਕਿਸਾਨ ਨੇ ਜਾਂ ਇੰਡਸਟਰੀ ਹੈ ਜਾਂ ਕੋਈ ਨਾਰਮਲ ਨੌਕਰੀ ਕਰਨ ਵਾਲੇ ਲੋਕ ਹੈ, ਉਹਨਾਂ ਦਾ ਕਹਿਣਾ ਹੈ। ਔਰ ਫਿਰ ਮੈਂ ਰਾਹੁਲ ਗਾਂਧੀ ਦਾ ਜ਼ਿਕਰ ਕਰਦਾ, ਉਹਨਾਂ ਦਾ ਵੀ ਕਹਿਣਾ ਡਾਇਰੈਕਟ ਕਿਸੇ ਦੀ ਜੇਬ 'ਚ ਕੋਈ ਪੈਸਾ ਨਹੀਂ ਗਿਆ। ਅਗਰ ਪੈਸਾ ਜਾਂਦਾ ਸ਼ਾਇਦ ਉਹ ਚੰਗੀ ਗੱਲ ਹੁੰਦੀ। ਇਹ ਲੌਂਗ ਟਾਈਮ ਰਿਵਾਈਵਲ ਦੀ ਗੱਲ ਕੀਤੀ ਗਈ ਹੈ। ਸ਼ਾਇਦ ਰਾਹੁਲ ਗਾਂਧੀ ਜੀ ਘਰ ਤੋਂ ਬਾਹਰ ਨਹੀਂ ਨਿਕਲੇ ਹੋਣਗੇ, ਕਿਉਂਕਿ ਉਹ ਘਰੋਂ ਬਾਹਰ ਨਿਕਲੇ ਸੀ, ਮਜ਼ਦੂਰਾਂ ਕੋਲ ਬੈਠੇ ਸੀ। ਹਾਂ, ਬਸ ਉਹ ਤਾਂ ਫੋਟੋ ਖਿਚਾਉਣ ਵਾਸਤੇ। ਜੇ 20 ਲੱਖ ਕਰੋੜ ਦਾ ਪੈਕੇਜ ਤੇ ਮੈਂ ਬਾਅਦ ਨੂੰ ਆਵਾਂਗੀ। ਜੇ ਕਹਿੰਦੇ ਕਿ ਕੋਈ ਪੈਸੇ ਨਹੀਂ ਗਏ, ਤੇ ਤੁਸੀਂ ਵੀ ਜਾਣਦੇ ਹੋ ਕਿ ਜਦ 1,70,000 ਕਰੋੜ ਦਾ ਪੈਕੇਜ ਐਲਾਨ ਕੀਤਾ ਸੀ, ਹਰ ਕਿਸਾਨ ਦੇ ਖਾਤੇ ਵਿੱਚ ਮੈਨੂੰ ਲੱਗਦਾ 8-9 ਕਰੋੜ ਕਿਸਾਨ ਦੇ ਖਾਤੇ ਵਿੱਚ, ਸਾਡੇ ਪੰਜਾਬ ਵਿੱਚ ਵੀ ਤਕਰੀਬਨ 18 ਲੱਖ ਕਿਸਾਨ ਇਸ ਗੱਲ ਦੀ ਪੁਸ਼ਟੀ ਕਰਨਗੇ ਕਿ ਜਿਹੜਾ 6,000 ਰੁਪਏ ਸਾਲ ਦੇ ਮਿਲਦੇ, ਪਹਿਲਾ 2,000 ਕਿਸਾਨ ਦੇ ਖਾਤੇ ਵਿੱਚ, ਉਹਦੇ ਬਾਅਦ ਮੈਨੂੰ ਲੱਗਦਾ ਹੈ 20-21 ਕਰੋੜ ਔਰਤਾਂ ਜਿਨ੍ਹਾਂ ਦੇ ਜਨ ਧਨ, ਗਰੀਬ ਔਰਤਾਂ, ਉਹਨਾਂ ਦੇ ਖਾਤੇ ਵਿੱਚ 500 ਰੁਪਏ। ਸਾਡੇ ਪੰਜਾਬ ਵਿੱਚ ਵੀ ਕਈ ਲੱਖ ਤੁਸੀਂ ਦੇਖਿਆ ਖਾਤਿਆਂ ਦੀ ਲਾਈਨਾਂ ਬੈਂਕਾਂ ਦੇ ਬਾਹਰ, ਉਹਨਾਂ ਦੇ ਕਿਸਾਨ ਦੇ ਬਜ਼ੁਰਗਾਂ ਦੇ ਖਾਤੇ ਵਿੱਚ 500-500। ਹਰ ਗਰੀਬ ਦੇ ਕੋਲ ਜਿਨ੍ਹਾਂ ਦੇ ਗੈਸ ਸਿਲੰਡਰ ਦੇ ਸਾਡੇ 780 ਰੁਪਏ, ਇਹ ਵੀ ਲੱਖਾਂ ਦੀ ਗਿਣਤੀ ਵਿੱਚ ਪੰਜਾਬ ਵਿੱਚ ਤੇ ਕਰੋੜਾਂ ਦੀ ਗਿਣਤੀ ਵਿੱਚ ਦੇਸ਼ ਵਿੱਚ। ਤੇ ਇਸ ਤੋਂ ਵੀ ਵੱਡੀ ਗੱਲ ਕਿ ਇੱਕ ਤਾਂ ਉਹਨਾਂ ਦੇ ਖਾਤੇ ਵਿੱਚ ਪੈਸੇ ਪਹੁੰਚੇ ਜਿਹਦੇ ਕਰਕੇ ਲੰਬੀ ਲਾਈਨਾਂ ਬੈਂਕਾਂ ਦੇ ਬਾਹਰ ਲੱਗੀਆਂ, ਤੇ ਦੂਜੀ ਤਰਫ ਕਿ ਇਹਨਾਂ ਦੇ ਖਾਣ ਪੀਣ 'ਚ ਕੋਈ ਰੁਕਾਵਟ ਨਾ ਆਏ, ਜਿਹਦੇ ਵਾਸਤੇ ਹਰ ਇਨਸਾਨ ਨੂੰ, ਹਿੰਦੁਸਤਾਨ ਦੀ ਅੱਧੀ ਆਬਾਦੀ ਨੂੰ, 80 ਕਰੋੜ ਲੋਕਾਂ ਨੂੰ, ਪੰਜਾਬ ਵਿੱਚ 1 ਕਰੋੜ 80 ਲੱਖ ਲੋਕਾਂ ਵਾਸਤੇ ਕੇਂਦਰ ਦੀ ਸਰਕਾਰ ਨੇ 5 ਕਿਲੋ ਆਟਾ, 5 ਕਿਲੋ ਕਣਕ ਤੇ ਪਰਿਵਾਰ ਵਾਸਤੇ 1 ਕਿਲੋ ਦਾਲ, ਇਹ ਹਰੇਕ ਪਰਿਵਾਰ ਵਾਸਤੇ ਤੇ ਹਰੇਕ ਗਰੀਬ ਇਨਸਾਨ ਵਾਸਤੇ ਭੇਜਿਆ। ਲੇਕਿਨ ਉਹ ਮਿਲਿਆ ਨਹੀਂ ਸ਼ਾਇਦ, ਕਿਉਂਕਿ ਬਹੁਤ ਸਾਰੇ ਜਗ੍ਹਾ ਤੋਂ ਮਜ਼ਦੂਰ ਜਿਹੜੇ ਪਲਾਇਨ ਕਰ ਗਏ, ਲੰਬੀਆਂ ਲਾਈਨਾਂ ਸੀ ਦੇਖਿਆ ਹਾਈਵੇ ਤੇ, ਪੈਦਲ ਗਏ। ਕਾਰਨ ਤਾਂ ਆਹੀ ਸੀਗਾ, ਫੇਲਿਅਰ ਮੰਨਦੇ ਹੋ? ਕਾਰਨ ਤਾਂ ਆਹੀ ਸੀਗਾ ਜੀ ਕਿ ਡੀਬੀਟੀ ਜਿਹੜੇ ਡਾਇਰੈਕਟ ਬੈਨੀਫਿਟ ਜਿਹੜਾ ਕਿ ਸੂਬੇ ਕੇਂਦਰ ਦੀ ਸਰਕਾਰ ਨੇ ਖਾਤੇ ਵਿੱਚ ਪਾਤਾ, ਉਹ ਤਾਂ ਮਿਲ ਗਿਆ। ਤੇ ਜੇ ਕੇਂਦਰ ਰਾਸ਼ਨ ਵੰਡ ਸਕਦੀ ਸੀ ਤਾਂ ਉਹ ਵੀ ਮਿਲ ਜਾਣਾ ਸੀ। ਲੇਕਿਨ ਜੇ ਸੂਬੇ ਦੀ ਸਰਕਾਰਾਂ ਆਪ ਦੀ ਥੈਲੀਆਂ 'ਚ ਆਪ ਦੇ ਫੋਟੋਆਂ ਛਪਾਉਣ 'ਚ ਸਮਾਂ ਲਾ ਦੇਣ, ਜਾਂ ਫਿਰ ਪੱਖਪਾਤ ਕਰਕੇ ਆਪ ਦੇ ਲੋਕਾਂ ਰਾਹੀਂ ਉਹਨੂੰ ਖੁਰਦ-ਮੁਰਦ ਕਰ ਦੇਣ ਜਾਂ ਇਕੱਲੇ ਆਪਣੇ ਚਹਤਿਆਂ ਨੂੰ ਦੇ ਦੇਣ, ਤੇ ਇਹ ਗਰੀਬਾਂ ਦੇ ਨਾਲ ਬਹੁਤ ਵੱਡੀ ਬੇਇਨਸਾਫੀ ਹੋਈ, ਜਿਹਦੇ ਕਰਕੇ ਮੈਂ ਕਹਿੰਦੀ ਕਿ ਲੋਕਾਂ, ਗਰੀਬਾਂ ਨੂੰ ਆਪ ਦਾ ਘਰ-ਬਾਰ ਛੱਡ ਕੇ ਆਪ ਦੇ ਪਿੰਡ ਵਾਪਸ ਜਾਣਾ ਪਿਆ। ਤੇ ਆਪਣੇ ਪਿੰਡਾਂ 'ਚ ਜਿਹੜੇ ਗਰੀਬ ਬੈਠੇ ਨੇ, ਅੱਜ ਜੇ ਪੰਜਾਬ ਦੀ 50% ਦੀ ਆਬਾਦੀ ਵਾਸਤੇ ਜੇ ਕੇਂਦਰ ਨੇ ਰਾਸ਼ਨ ਭੇਜਿਆ ਹੈ, ਮੈਂ ਤੁਹਾਡੇ ਰਾਹੀਂ ਪੁੱਛਦੀ ਹਾਂ ਆਪਣੇ ਪਿੰਡ ਦੇ ਗਰੀਬਾਂ ਨੂੰ, ਆਪਣੇ ਸ਼ਹਿਰਾਂ ਦੇ ਗਰੀਬਾਂ ਨੂੰ, ਆਪਣੇ ਬਸਤੀਆਂ ਦੇ ਵਾਰਡਾਂ ਦੇ ਗਰੀਬਾਂ ਨੂੰ, ਤੁਸੀਂ ਦੱਸੋ ਕਿ ਤੁਹਾਡੇ ਇਲਾਕੇ ਦੇ ਗਰੀਬ 'ਚ ਕੀ ਹਰੇਕ ਨੂੰ ਮਿਲਿਆ ਹੈਗਾ? ਮੋਦੀ ਸਾਹਿਬ ਨੇ ਤਾਂ 3 ਮਹੀਨਿਆਂ ਵਾਸਤੇ ਹਰ ਮਹੀਨੇ ਘਰ ਦੇ 5 ਪਰਿਵਾਰ 5 ਜੀ ਹੈਗੇ, 5 ਨੂੰ 5-5 ਕਿਲੋ ਕਣਕ ਮਿਲੂਗਾ। ਸਾਰੇ ਪੰਜਾਬ ਸਰਕਾਰ ਨੇ ਇਹ ਵੀ ਕਿਹਾ ਜਿਹੜੀ ਦਾਲ ਆਈ ਸੀ ਉੱਥੋਂ ਖਰਾਬ ਸੀ, ਉਹਨਾਂ ਨੂੰ ਵਾਪਸ ਭੇਜਣੀ ਪਈ ਹੈ, ਜਿਹੜੀਆਂ ਦਾਲਾਂ ਵੰਡੀਆਂ ਸੀ ਪੰਜਾਬ 'ਚ। ਕੀ ਸੱਚਾਈ ਉਹਦੇ ਕੁਝ ਚੈੱਕ ਕੀਤਾ ਤੁਸੀਂ? ਪੰਜਾਬ ਸਰਕਾਰ ਤਾਂ ਜਿਹੜੀ ਬੋਲਦੀ ਹੈਗੀ, ਇੱਕ ਗੱਲ ਦੱਸ ਦੋ, ਜਿਹੜੀ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਕਹਿ ਸਕਦੇ ਆ ਕਿ ਮੈਂ ਸਾਰਾ ਕਰਜ਼ਾ ਮਾਫ ਕਰ ਦਾਂਗਾ, ਹਰ ਨੌਜਵਾਨ ਨੂੰ ਨੌਕਰੀ ਦੇ ਦਾਂ, ਨਸ਼ੇ ਖਤਮ ਕਰ ਦਾਂਗਾ, ਤੇ ਝੂਠ ਬੋਲਣਾ ਤਾਂ ਇਸ ਸਰਕਾਰ ਦੀ ਪੁਰਾਣੀ ਆਦਤ ਹੈ। ਜਿਹੜਾ ਜੇ ਦਾਲ ਖਰਾਬ ਸੀ ਤਾਂ ਤੁਸੀਂ ਕਣਕ ਤਾਂ ਵੰਡੀ ਸਕਦੇ ਸੀਗੇ, ਉਹ ਕਿਉਂ ਨਹੀਂ ਵੰਡੀ ਗਈ? ਅੱਜ ਤਾਈਂ ਮੈਨੂੰ ਲੱਗਦਾ 40% ਤੋਂ ਵੀ ਘੱਟ ਵੰਡੀ ਗਈ ਹੈ, ਬਾਕੀ ਸਾਰੀ ਪਈ ਹੋਈ ਹੈ, ਤੁਹਾਨੂੰ ਮੁਫਤ ਮਿਲੀ ਹੈ, ਤੁਸੀਂ ਕੱਲੇ ਚੱਕ ਕੇ ਲੋਕਾਂ ਨੂੰ ਦੇਣਾ ਹੈ, ਉਹ ਵੀ ਤੁਸੀਂ ਲੋਕਾਂ ਨੂੰ ਲੁੱਟਣ 'ਚ ਲੱਗੇ ਹੋ, ਆ ਤੁਹਾਡੇ ਬੰਦੇ ਖੁਰਦ-ਮੁਰਦ ਕਰੀ ਜਾਏ। ਸੋ ਇਸ ਸਰਕਾਰ ਦੀ ਮਨਸ਼ਾ ਹੀ ਨਹੀਂ ਹੈ। ਕੈਪਟਨ ਸਾਹਿਬ ਫਾਰਮ ਹਾਊਸ 'ਚ ਬੈਠ ਕੇ ਮਾੜਾ ਜਾ ਇੱਕ ਫੋਟੋ ਆਪਣੀ ਵੀਡੀਓ ਲਗਾ ਲੈਂਦੇ ਨੇ, ਕਦੇ ਕੁਝ ਬੋਲਦੇ ਨੇ। ਇੱਕ ਵਾਰੀ 3 ਮਹੀਨੇ 'ਚ ਮੁੱਖ ਮੰਤਰੀ ਮਾਸਕ ਪਹਿਨ ਕੇ ਬਾਹਰ ਨਿਕਲ ਜਾਏ ਲੋਕਾਂ ਦੇ ਨੇੜੇ, ਤਾਂ ਉਹ ਵੀ ਨਹੀਂ ਲੱਗਦੇ। ਸੋਸ਼ਲ ਡਿਸਟੈਂਸਿੰਗ ਤਾਂ ਜਦ ਸਰਕਾਰ ਬਣੀ ਤਦੇ ਤੋਂ ਸ਼ੁਰੂ ਕਰਤੇ, ਲੇਕਿਨ ਇਹਨਾਂ ਹਾਲਾਤਾਂ 'ਚ ਤਾਂ ਜਾ ਕੇ ਦੇਖੋ ਇਹ ਪਲਾਇਨ ਕਿਉਂ ਹੋ ਰਿਹਾ ਹੈ। ਤੁਸੀਂ 35 ਕਰੋੜ ਰੁਪਏ ਜਿਹੜੇ ਕਾਂਗਰਸੀਆਂ ਨੇ ਦੇਣੇ ਸੀ, ਸੋਨੀਆ ਗਾਂਧੀ ਕਹਿੰਦੀ ਸੀ ਕਾਂਗਰਸ ਦੇਊਗੀ, ਤੁਸੀਂ ਸੂਬੇ ਦੇ ਖਜ਼ਾਨੇ ਵਿੱਚੋਂ ਦੇਤੇ। ਜੇ ਇਹ 35 ਕਰੋੜ ਗਰੀਬਾਂ ਨੂੰ ਤੁਸੀਂ ਵੰਡ ਦਿੰਦੇ, ਰਾਸ਼ਨ ਦੇ ਦਿੰਦੇ, ਪੈਸੇ ਦੇ ਦਿੰਦੇ, ਤੇ ਇਹਨਾਂ ਨੂੰ ਜਾਣ ਦੀ ਲੋੜ ਨਹੀਂ, ਭੱਜ ਇੱਥੇ ਆਂਦੇ। ਅੱਜ ਕਿਸਾਨਾਂ ਨੂੰ ਆਪਣੇ ਝੋਨਾ ਬੀਜਣ ਵਾਸਤੇ ਮਜ਼ਦੂਰਾਂ ਦੀ ਘਾਟ ਪਈ ਹੋਈ ਹੈ। ਸਰਕਾਰ ਦਾ ਦਾਅਵਾ ਕਿ 90% ਜਿਹੜੀ ਹੈ ਪੰਜਾਬ ਦੀ ਰਿਕਵਰੀ ਰੇਟ ਹੈ, ਕਿਉਂਕਿ ਉਹਨਾਂ ਨੇ ਜਿਹੜੇ ਏਸਿਮਟੋਮੈਟਿਕ ਜਿਹੜੇ ਮਰੀਜ਼ ਸੀ ਉਹਨਾਂ ਨੂੰ ਘਰ ਭੇਜਿਆ। ਜ਼ਰਾ ਦੱਸੋ ਤਾਂ ਸਹੀ ਕਿ ਇਹ 3 ਕਰੋੜ ਦੀ ਆਬਾਦੀ 'ਚ ਟੈਸਟ ਕਿੰਨੇ ਕੀਤੇ ਨੇ? ਕੁਝ ਹਜ਼ਾਰ ਵੀ ਨਹੀਂ ਪੂਰੇ ਹੋਏ। ਤੇ ਜੇ ਟੈਸਟਿੰਗ ਹੀ ਤੁਸੀਂ ਨਹੀਂ ਕਹੋਗੇ ਤੇ ਫਿਰ ਤਾਂ ਤੁਸੀਂ ਕਹੋਗੇ ਕਿ ਸਾਡੇ ਕੇਸ ਹੀ ਬਹੁਤ ਘੱਟ ਨੇ, ਤੇ ਫਿਰ ਜਿਹੜੇ ਕੇਸ ਹੈਗੇ ਉਹਨਾਂ ਨੂੰ ਤੁਸੀਂ ਘਰ ਭੇਜ ਦੋਗੇ ਤਾਂ ਕਹੋਗੇ ਰਿਕਵਰ ਹੋ ਗਏ, ਕਿਉਂਕਿ ਉਹਦਾ ਦੁਬਾਰਾ ਵੀ ਨਾ ਤੁਸੀਂ ਚੈੱਕ ਕਰ ਰਹੇ ਹੋ, ਨਾ ਉਹਨਾਂ ਦੀ ਕੋਈ ਮੋਨੀਟਰਿੰਗ ਹੋ ਰਹੀ ਹੈ। ਸੋ ਇਹ ਫਰਜ਼ੀ ਚੀਜ਼ਾਂ ਜਿਹੜੀ ਚੱਲ ਰਹੀਆਂ ਨੇ। ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਉਹ ਕਿਸਾਨਾਂ ਦੀ ਪਾਰਟੀ ਮੰਨੀ ਗਈ ਹੈ, ਔਰ ਕਿਸਾਨ ਇਸ ਪਾਰਟੀ ਦੀ ਬੈਕਬੋਨ ਹੈ। ਔਰ ਹੁਣ ਇੱਕ MSP ਨੂੰ ਹਟਾਉਣ ਦੀ ਗੱਲ ਕੀਤੀ ਜਾ ਰਹੀ, ਜਿਹਦੇ ਕਰਕੇ ਬਹੁਤ ਵੱਡਾ ਜਿਹੜਾ ਆਰਡੀਨੈਂਸ ਕੱਲ ਆਇਆ ਹੈ, ਇਹ ਕਿਹਾ ਜਾ ਰਿਹਾ ਹੈ ਕਿ
ਜਿਹੜਾ MSP ਜਿਹੜੀ ਹੈ ਉਹ ਖਤਮ ਹੋ ਜਾਏਗੀ, ਫ੍ਰੀ ਟ੍ਰੇਡ ਹੋ ਜਾਏਗਾ। ਪਹਿਲੀ ਗੱਲ ਤਾਂ ਮੈਂ ਕਹਿਣਾ ਚਾਹਾਂਗੀ ਕਿ ਸਰਦਾਰ ਬਾਦਲ ਨੂੰ ਕਿਸਾਨਾਂ ਦਾ ਮਸੀਹਾ ਕਿਸਾਨ ਕਹਿੰਦੇ ਨੇ, ਇਹਦੇ ਮਗਰ ਇੱਕ ਕਾਰਨ ਹੈਗਾ। ਕਾਰਨ ਆ ਹੈਗਾ ਕਿ ਪੰਜਾਬ 'ਚ ਜਿੰਨੇ ਵੀ ਕਿਸਾਨ ਪੱਖੀ ਫੈਸਲੇ ਲਿੱਤੇ ਗਏ ਨੇ, ਭਾਵੇਂ ਹਰ 2-4 ਪਿੰਡਾਂ ਦੇ ਮਗਰ ਇੱਕ ਮੰਡੀ ਬਣਾਈ ਜਾਏ, ਮੰਡੀਕਰਨ ਫਸਲਾਂ ਦਾ ਕੀਤਾ ਜਾਏ, ਟਿਊਬਵੈਲ ਦਿੱਤੇ ਜਾਣ, ਟਿਊਬਵੈਲਾਂ ਦੇ ਮੋਟਰਾਂ ਦੇ ਬਿੱਲ ਮਾਫ ਕੀਤੇ ਜਾਣ, ਜਿਹੜੇ ਵੀ ਫੈਸਲੇ ਹੋਏ ਨੇ ਕਿਸਾਨ ਦੇ ਹੱਕ, ਉਹ ਸਾਰੇ ਤੁਸੀਂ ਇੱਕ ਪਿੰਡ 'ਚ ਜੇ ਡਿਵੈਲਪਮੈਂਟ ਜਿੰਨੀ ਹੋਈ ਹੈ, ਉਹ ਇੱਕ ਪਿੰਡ ਕਿਸਾਨ ਦੇ ਹੱਕ 'ਚ ਜੇ ਕੋਈ ਚੀਜ਼ ਬਣੀ ਹੈ, ਉਹ ਸਰਦਾਰ ਬਾਦਲ ਦੀ ਬਣਾਈ ਹੋਈ ਹੈਗੀ। ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਵਾਸਤੇ ਭਾਵੇਂ ਬਾਦਲ ਸਾਹਿਬ ਨੂੰ 18 ਸਾਲ ਕੈਦ ਕੱਟੀ, ਉਹ ਕੈਦ ਮੈਂ ਚੈਟ ਵੀ ਕਰ ਦੇਣਾ, ਤੁਸੀਂ ਸਬਸਿਡੀ ਵੀ ਕਿਸਾਨਾਂ ਨੂੰ ਪਹਿਲਾਂ ਦਿੱਤੀ ਸੀ। ਮੇਰਾ ਕਹਿਣਾ ਇਹ ਹੈ ਕਿ ਜਿਹੜੀ ਇਨਕਮ ਹੈ, ਜੇ ਟੀਚਰ ਦੀ 120 ਗੁਣਾ ਇਨਕਮ ਹੋਗੀ, ਆਪਣੀ ਕਿਉਂ ਨਹੀਂ ਕਿਸਾਨਾਂ ਮੈਂ ਉਸ ਗੱਲ 'ਚ ਹੀ ਆ ਰਹੀ ਹਾਂ। ਤੇ ਇਹੀ ਮੈਂ ਕਹਿਣਾ ਚਾਹੁੰਦੀ ਕਿ ਜਿਹੜਾ ਕਿਸਾਨਾਂ ਦੀ ਅੱਜ ਪੰਜਾਬ ਦੇ ਹਾਲਾਤ ਦੇਸ਼ ਭਰ ਦੇ ਕਿਸਾਨਾਂ ਤੋਂ ਜੇ ਬਿਹਤਰ ਹੈ। ਅੱਡ ਗੱਲ ਹੈ ਕਿ 3 ਸਾਲਾਂ 'ਚ ਬਹੁਤ ਸਾਰੇ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ, ਕਿਉਂਕਿ ਇਸ ਸਰਕਾਰ ਨੇ ਝੂਠੇ ਲਾਰੇ ਲਾਏ ਸੀ, ਉਹਦੇ ਵਿੱਚ ਪੂਰੇ ਕੋਈ ਨਹੀਂ ਕੀਤੇ। ਲੇਕਿਨ ਬਾਕੀ ਕਿਸਾਨਾਂ ਤੋਂ ਹਾਲਾਤ ਜੇ ਥੋੜੇ ਮੋਟੇ ਚੰਗੇ ਨੇ, ਉਹ ਆਹੀ ਕਾਰਨ ਹੈ ਕਿ ਬਾਦਲ ਸਾਹਿਬ ਨੇ ਜਿਹੜੇ ਮੋਟਰਾਂ ਦੇ ਬਿੱਲ ਮਾਫ ਕੀਤੇ, ਜਿਹੜੀ ਮੰਡੀਆਂ ਬਣਾਈ, ਸਰਕਾਰੀ ਪਰਚੇਸ ਦਾ ਜਿਹੜਾ ਸਿਸਟਮ ਸਾਡਾ ਹੀ ਸਰਕਾਰ ਲੈ ਕੇ ਆਈ, ਜਿਹਦੇ ਕਰਕੇ ਕਿਸਾਨ ਦੀ ਖੱਜਲ ਖੁਆਰੀ ਤੇ ਬੋਝ ਘਟਿਆ। ਲੇਕਿਨ ਤੁਹਾਡੀ ਗੱਲ ਬਿਲਕੁਲ ਸਹੀ ਕਿ ਅੱਜ ਕਿਸਾਨ ਜਿਹੜਾ ਦੇਸ਼ ਦੇ ਤੇ ਸੂਬੇ ਦੀ ਰੀੜ੍ਹ ਦੀ ਹੱਡੀ, ਜਿਹੜੇ ਇਸ ਵੱਡੀ ਆਬਾਦੀ ਦਾ ਢਿੱਡ ਭਰਦਾ ਹੈਗਾ, ਕਿਉਂ ਉਸ ਦੇਸ਼ ਭਰ ਦੇ ਉਹਨਾਂ ਕਿਸਾਨਾਂ ਦੇ ਉਹ ਹਾਲਾਤ ਨੇ। ਕਾਰਨ ਜਿਹੜਾ ਕਿਸਾਨ ਬੀਜਦਾ ਹੈਗਾ, ਸਭ ਤੋਂ ਪਹਿਲੀ ਗੱਲ ਕਿਹੜਾ ਕਿੱਤਾ ਹੈਗਾ ਜਿਹੜਾ ਤੁਸੀਂ ਜੋ ਕੁਝ ਬਣਾਓ, ਭਾਵੇਂ ਤੁਸੀਂ ਕੋਈ ਕੱਪੜੇ ਬਣਾਓ, ਦਰਜੀ ਬਣਾਏ, ਜਾਂ ਕੋਈ ਜ਼ੇਵਰ ਬਣਾਏ, ਜਾਂ ਕੋਈ ਗੱਡੀ ਬਣਾਏ, ਕੋਈ ਸਾਈਕਲ ਸਕੂਟਰ, ਉਹ ਜਿੱਥੇ ਮਰਜ਼ੀ ਜਾ ਕੇ ਵੇਚ ਸਕਦਾ ਹੈਗਾ। ਕਿ ਕਿਸਾਨ ਆਪਣੀ ਜਿੰਸ ਜਿੱਥੇ ਮਰਜ਼ੀ ਵੇਚ ਸਕਦਾ ਹੈ। ਕਿਸਾਨ ਦੇ ਉੱਤੇ ਪਾਬੰਦੀ ਹੈ ਕਿ ਉਦੋਂ ਤੋਂ ਖਰੀਦ ਤਾਂ ਕੋਈ ਵੀ ਸਕਦਾ ਹੈ, ਲੇਕਿਨ ਵੇਚਣ ਵਾਸਤੇ ਉਹਨੂੰ ਮੰਡੀ ਜਾ ਕੇ ਹੀ ਵੇਚਣਾ ਹੈ। ਹੁਣ ਪੰਜਾਬ ਵਰਗੇ ਸੂਬੇ ਵਿੱਚ ਜਿੱਥੇ ਮੰਡੀ ਦੇ ਇੰਨੇ ਵੱਡੇ ਟੈਕਸ ਲੱਗਦੇ ਨੇ, ਜਿਹਦੇ ਕਰਕੇ ਉਹ ਚੀਜ਼ਾਂ ਜਿਹੜਾ ਆਮ ਕੋਈ ਵੀ ਖਰੀਦ ਸਕਦਾ, ਉਹਦਾ ਵੱਧ ਬੋਝ ਪੈਂਦਾ ਹੈਗਾ। ਉਹ ਸਾਰਾ ਮੰਡੀ ਟੈਕਸ ਜਿਹੜਾ ਬੋਝ ਪੈਂਦਾ ਟੈਕਸ ਦਾ, ਉਹ ਤਾਂ ਕਿਸਾਨ ਤੋਂ ਹੀ ਕੱਟਦੇ ਹੈਗੇ, ਕੋਈ ਆਪਦੀ ਜੇਬ ਤੋਂ ਤਾਂ ਭਰਦਾ ਨਹੀਂ ਹੈਗਾ। ਤੁਸੀਂ ਫ੍ਰੀ ਮੰਡੀ ਦੀ ਇੱਕ ਗੱਲ, ਪਹਿਲੀ ਗੱਲ ਉਹਦੀ ਇਨਪੁਟ ਜਿਹੜੀ ਚੀਜ਼ਾਂ ਦੀ, ਉਹਦੇ ਬੀ ਦੇ, ਉਹਦੇ ਪੈਸਟੀਸਾਈਡ ਦੇ, ਉਹਦੇ ਜਿਹੜਾ ਫਰਟੀਲਾਈਜ਼ਰ, ਸਾਰਿਆਂ ਦੀ ਕੀਮਤਾਂ ਦੂਜੇ ਲੋਕ ਤੈਅ ਕਰਦੇ ਨੇ। ਫਿਰ ਜਿਹੜੀ ਉਹਦੀ ਫਸਲ ਉਗਦੀ ਹੈ, ਉਹਦੀ ਕੀਮਤ ਵੀ ਕੋਈ ਹੋਰ ਤੈਅ ਕਰਦਾ ਹੈ। ਤੀਜੀ ਗੱਲ, ਉਹ ਕਿੱਥੇ ਵੇਚ ਸਕਦਾ, ਇਹ ਵੀ ਉਹਦੇ ਹੱਥ 'ਚ ਨਹੀਂ ਹੈ, ਜਿਹਦੇ ਕਰਕੇ ਅੱਜ ਕਿਸਾਨ ਦੇ ਹਾਲਾਤ ਨੇ। ਹੁਣ ਇਸ ਸਰਕਾਰ ਨੇ, ਮੋਦੀ ਸਾਹਿਬ ਨੇ ਜਿਹੜਾ ਕੱਲ ਬਹੁਤ ਵੱਡਾ ਫੈਸਲਾ ਦਿੱਤਾ ਹੈਗਾ, ਉਹ ਫੈਸਲਾ ਹੀ ਇਹ ਕਿਸਾਨ ਦੇ ਪੱਖ 'ਚ ਆ ਕਿ ਹੁਣ ਕਿਸਾਨ ਦੇ ਉੱਤੇ ਸਾਰੀ ਬੰਦਿਸ਼ਾਂ ਤੋੜ ਕੇ ਜਿੱਥੇ ਮਰਜ਼ੀ ਉਹ ਵੇਚੇ, ਜਿੱਥੇ ਉਹਨੂੰ ਵੱਧ ਪੈਸੇ ਮਿਲਦੇ ਉਹ ਆਪਣੀ ਚੀਜ਼ ਉੱਥੇ ਜਾ ਕੇ ਵੇਚੇ। ਤੇ ਜਦ ਇੱਕ ਪ੍ਰਾਈਵੇਟ ਪਾਰਟੀਆਂ ਆਣਗੀਆਂ ਜਿਨ੍ਹਾਂ ਨੂੰ ਇਹ ਟੈਕਸ ਨਹੀਂ ਭਰਨਾ ਪਊਗਾ, ਉਹ ਫਿਰ ਜਿਹੜਾ ਇਹ ਟੈਕਸ ਜਿਹੜਾ ਕਿਸਾਨ ਦੀ ਆਮਦਨ ਤੋਂ ਹੀ ਵਸੂਲਿਆ ਜਾਂਦਾ ਹੈ, ਉਹ ਇਹਨਾਂ ਨੂੰ ਜਦ ਵੱਧ ਪੈਸੇ ਮਿਲ ਸਕਣਗੇ ਤੇ ਕਿਸਾਨ ਨੂੰ ਵੱਧ ਆਮਦਨ ਮਿਲੂਗੀ, ਕਿਉਂਕਿ ਉਹਨੂੰ ਟੈਕਸ ਨਹੀਂ ਭਰਨਾ ਹੈਗਾ। ਸੋ ਇਹ ਇੱਕ ਤਰ੍ਹਾਂ ਕਹਿ ਸਕਦੇ ਕਿ ਕਿਸਾਨ ਦੀ ਫਸਲ ਦੇ ਗ੍ਰਾਹਕ ਜਿਹੜਾ ਪਹਿਲੇ ਕੱਲੀ ਮੰਡੀ 'ਚ ਸੀਗਾ, ਹੁਣ ਦੇਸ਼ ਭਰ 'ਚ ਕਿਸਾਨ ਜਿੱਥੇ ਮਰਜ਼ੀ, ਜਿਹਨੂੰ ਮਰਜ਼ੀ ਨੂੰ, ਜਿੱਥੇ ਉਹਨੂੰ ਵੱਧ ਮੁੱਲ ਮਿਲਦਾ ਉੱਥੇ ਵੇਚ ਸਕਦਾ। ਵਾਪਸ ਕਰੋਨਾ ਦੇ ਆਉਂਦੇ ਆ, ਇਹ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਇਟਲੀ ਵਿੱਚ ਕਰੀਬ 15 ਤੋਂ 20,000 ਜਿਹੜੇ ਪੰਜਾਬੀ ਸੀ, ਉਹਨਾਂ ਨੂੰ ਇਟਲੀ ਗਵਰਨਮੈਂਟ ਨੇ ਵਨ ਟਾਈਮ ਇੱਕ ਸੈਟਲਮੈਂਟ ਦਾ ਚਾਂਸ ਦਿੱਤਾ, ਲੇਕਿਨ ਉਹਨਾਂ ਕੋਲ ਪਾਸਪੋਰਟ ਨਹੀਂ ਹੈਗਾ। ਤੁਸੀਂ ਇਸ ਮਾਮਲੇ 'ਚ ਕੀ ਕਰ ਰਹੇ ਹੋ? ਮੈਂ ਜਿੰਨਾ ਕਿ ਮੈਨੂੰ ਪਤਾ, ਤੁਸੀਂ ਐਕਸਟਰਨਲ ਅਫੇਅਰ ਮਿਨਿਸਟਰੀ ਨਾਲ ਵੀ ਗੱਲਬਾਤ ਕਰ ਰਹੇ ਹੋ ਕਿ ਇਹੋ ਜਿਹੇ ਜਿਹੜੇ ਆਪਣੇ ਨੌਜਵਾਨ ਨੇ, ਉਹਨਾਂ ਦੀ ਹੈਲਪ ਕੀਤੀ ਜਾਵੇ। ਹਾਂਜੀ, ਇਹਦੇ ਬਾਰੇ ਜਦ ਮੈਨੂੰ ਪਤਾ ਲੱਗਿਆ, ਕਿਉਂਕਿ ਕਈ ਉੱਥੇ ਬੈਠੇ ਸਾਡੇ ਭੈਣ ਭਰਾ ਨੇ ਮੈਨੂੰ ਫੋਨ 'ਚ ਵੀ ਬਤਾਇਆ, ਚਿੱਠੀਆਂ ਵੀ ਲਿਖੀਆਂ ਕਿ ਇਟਾਲੀਅਨ ਗਵਰਨਮੈਂਟ ਨੇ 1 ਜੂਨ ਤੋਂ ਲੈ ਕੇ 15 ਜੁਲਾਈ ਤਾਈਂ ਇੱਕ ਨਵੀਂ ਸਕੀਮ ਕੱਢੀ ਹੈ ਕਿ ਜਿਨ੍ਹਾਂ ਲੋਕਾਂ ਦੇ ਕੋਲ ਪਾਸਪੋਰਟ ਨਹੀਂ ਹੈਗੇ, ਜੇ ਇਨਲੀਗਲ ਤਰੀਕੇ ਨਾਲ ਉੱਥੇ ਰਹਿ ਰਹੇ ਨੇ ਤੇ ਉਹ ਇਟਾਲੀਅਨ ਸਿਟੀਜ਼ਨਸ਼ਿਪ ਜੇ ਰੈਗੂਲਰਾਈਜ਼ ਹੋਣਾ ਚਾਹੁੰਦੇ, ਇਹਨਾਂ ਦਿਨਾਂ 'ਚ ਅਪਲਾਈ ਕਰਨਗੇ ਤਾਂ ਉਹਨਾਂ ਨੂੰ ਰੈਗੂਲਰਾਈਜ਼ ਕਰ ਦਿੱਤਾ ਜਾਊਗਾ। ਹੁਣ ਤੁਸੀਂ ਜਾਣਦੇ ਹੋ ਕਿ ਦੁਨੀਆ ਵਿੱਚ UK ਦੇ ਬਾਅਦ ਸਭ ਤੋਂ ਵੱਡੀ ਆਬਾਦੀ ਹਿੰਦੁਸਤਾਨੀਆਂ ਦੀ ਇਟਲੀ ਵਿੱਚ ਹੈਗੀ। ਖਾਸ ਤੌਰ ਤੇ ਜੇ ਮੈਂ ਪੰਜਾਬ ਦੀ ਗੱਲ ਕਰਾਂ ਤੇ ਆਪਣੀ ਇਟਲੀ ਦੇ ਜਿਹੜੇ ਖੇਤ ਨੇ, ਡੇਅਰੀ ਸੈਕਟਰ ਹੈ, ਬਹੁਤ ਸਾਰੇ ਪੰਜਾਬ ਦੇ ਸਾਡੇ ਲੋਕੀ ਉੱਥੇ ਜਾ ਕੇ ਉਸ ਇਕਨੋਮੀ ਨੂੰ ਸਾਂਭ ਰਹੇ ਨੇ। ਕਈ ਇਹੋ ਜਿਹੇ ਨੇ ਜਿਹੜੇ ਇਲੀਗਲ ਤਰੀਕੇ ਦੇ ਨਾਲ ਵੀ ਜਾਂਦੇ ਨੇ, ਬਹੁਤ ਸਾਲਾਂ ਤੋਂ ਉਹਨਾਂ ਦੇ ਕੋਲ ਪਾਸਪੋਰਟ ਵੀ ਨਹੀਂ ਹੈਗੇ। ਉਹਨਾਂ ਵਾਸਤੇ ਇੱਕ ਬਹੁਤ ਹੀ ਸੁਨਹਿਰੀ ਮੌਕਾ, ਜਿਹਦੇ ਕਰਕੇ ਮੈਂ ਪ੍ਰਧਾਨ ਮੰਤਰੀ ਜੀ ਨੂੰ ਕਿਹਾ ਕਿ ਜੇ ਉਹ ਆਪਣੇ ਵੱਲੋਂ ਹਿਦਾਇਤ ਦਿੰਦੇ ਨੇ ਉੱਥੇ ਦੀ ਹਾਈ ਕਮਿਸ਼ਨ ਨੂੰ ਕਿ ਜਿਹੜੇ ਪਾਸਪੋਰਟਸ ਵਾਸਤੇ ਬੜਾ ਕੰਬਰਸਮ ਮੁਸ਼ਕਿਲ ਪ੍ਰੋਸੈਸ ਹੁੰਦਾ ਹੈ, ਪੁਲਿਸ ਡਿਪਾਰਟਮੈਂਟ 'ਚ ਪਹਿਲੇ ਰਿਪੋਰਟ ਲਿਖਾਓ,
ਕਈ ਸਾਰੀ ਕਾਗਜ਼ੀ ਕਾ ਜੇ ਇਹ 15 ਦਿਨਾਂ ਦਾ ਬਹੁਤ ਛੋਟਾ ਵਿੰਡੋ ਹੈਗਾ ਜੇ ਸੌਖੇ ਤਰੀਕੇ ਨਾਲ ਜੋ ਆਏ ਉਹਨੂੰ ਪਾਸਪੋਰਟ ਤੁਸੀਂ ਦੇ ਦਿਓ ਤਾਂ ਕਿ ਉਹ ਆਪਣੇ ਆਪ ਨੂੰ ਰੈਗੂਲਰਾਈਜ਼ ਕਰਾ ਲੇ। ਇਹ ਬਹੁਤ ਵੱਡੀ ਦੇਣ ਸਾਬਿਤ ਹੋਗੀ ਉਹਨਾਂ ਹਜ਼ਾਰਾਂ ਪਰਿਵਾਰਾਂ ਵਾਸਤੇ ਤੇ ਇੱਥੇ ਵੀ ਜਿਹੜੇ ਪਰਿਵਾਰ ਨੇ ਉਹ ਜਾ ਕੇ ਹੁਣ ਵਾਪਸ ਆ ਜਾ ਸਕਦੇ ਨੇ, ਮਿਲ ਸਕਦੇ ਨੇ। ਸੋ ਇਹ ਪ੍ਰਧਾਨ ਮੰਤਰੀ ਜੀ ਨੇ ਗੱਲ ਮੰਨਦੇ ਹੋਏ ਜੈ ਸ਼ੰਕਰ ਜੀ ਨੇ ਮੰਤਰੀ ਜੀ ਨੂੰ ਕਹਾ ਮੇਰੀ ਹਾਈ ਕਮਿਸ਼ਨਰ ਦੇ ਨਾਲ ਉੱਥੇ ਇਟਲੀ 'ਚ ਵੀ ਗੱਲ ਹੋਈ ਹੈ ਤੇ ਮੈਂ ਤੁਹਾਡੇ ਰਾਹੀਂ ਉੱਥੇ ਬੈਠੇ ਆਪਣੇ ਸਾਰੇ ਭੈਣ ਭਰਾਵਾਂ ਨੂੰ ਅਪੀਲ ਕਰਾਂਗੀ ਕਿ ਕੋਈ ਵੀ ਹੈਗਾ ਜਿਨ੍ਹਾਂ ਦੇ ਕੋਲ ਪਾਸਪੋਰਟ ਨਹੀਂ ਹੈਗਾ ਇਟਲੀ ਵਿੱਚ, ਉਹ ਤੁਸੀਂ ਹਾਈ ਕਮਿਸ਼ਨ ਨੂੰ ਅਪਰੋਚ ਕਰੋ, ਤੁਹਾਨੂੰ ਇੰਡੀਅਨ ਪਾਸਪੋਰਟ ਦਿੱਤਾ ਜਾਊਗਾ ਤੇ ਤੁਸੀਂ ਇਹ ਸਕੀਮ ਇਟਾਲੀਅਨ ਗਵਰਨਮੈਂਟ ਦਾ ਜਿਹੜੀ ਰੈਗੂਲਰਾਈਜੇਸ਼ਨ ਸਕੀਮ ਹੈ ਉਹਦੇ ਵਿੱਚ ਤੁਸੀਂ ਰੈਗੂਲਰ ਇਟਾਲੀਅਨ ਸਿਟੀਜ਼ਨ ਬਣਨ ਦਾ ਇੱਕ ਬਹੁਤ ਸੁਨਹਿਰੀ ਮੌਕਾ ਹੈ। ਤੁਸੀਂ ਵੱਧ ਤੋਂ ਵੱਧ ਇਹਦਾ ਫਾਇਦਾ ਉਠਾਓ। ਜੇ ਕਿਸੇ ਤਰ੍ਹਾਂ ਦੀ ਤਕਲੀਫ ਹੁੰਦੀ ਹੈ ਤੁਸੀਂ ਸਾਡੇ ਸ਼੍ਰੋਮਣੀ ਅਕਾਲੀ ਦਲ ਨੂੰ ਜਾਂ ਮੇਰੇ ਦਫ਼ਤਰ ਨੂੰ ਰੀਚ ਆਊਟ ਕਰੋ, ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ। ਇੱਕ ਆਖਰੀ ਸਵਾਲ, 4 ਸਾਲ ਤੁਹਾਡੀ ਸਰਕਾਰ ਦੇ ਕੇਂਦਰ ਸਰਕਾਰ ਦੇ ਹੈਗੇ ਹੁਣ ਬਚੇ ਨੇ ਔਰ ਤੁਹਾਡੀ ਜਿਹੜੀ ਮਿਨਿਸਟਰੀ ਹੈ ਉਹ ਸਿੱਧੀ ਕਿਸਾਨਾਂ ਨਾਲ ਜੁੜੀ ਹੈ, ਫੂਡ ਪ੍ਰੋਸੈਸਿੰਗ। ਅਗਲੇ 4 ਸਾਲ 'ਚ ਪੰਜਾਬ ਕੀ ਐਕਸਪੈਕਟ ਕਰ ਸਕਦਾ ਹੈ ਕਿ ਕੀ ਤੁਸੀਂ ਪੰਜਾਬ ਲਈ ਕੁਝ ਖਾਸ ਸੁਗਾਤ ਦੇਣ ਵਾਲੇ ਹੋ? ਪੰਜਾਬ ਵਾਸਤੇ ਤਾਂ ਮੈਂ ਹਮੇਸ਼ਾ ਹਾਜ਼ਰ ਹਾਂ। ਜੇ ਮੇਰਾ ਬਸ ਚੱਲਦਾ ਤੇ ਜੇ ਪੰਜਾਬ ਦੀ ਸਰਕਾਰ ਮੰਗ ਕੇ ਸਾਰਾ ਖਜ਼ਾਨਾ ਲੈ ਜਾਂਦੀ ਤਾਂ ਮੈਂ ਪੂਰਾ ਜ਼ੋਰ ਲਾ ਦਿੰਦੀ, ਪਰ ਲੇਕਿਨ ਅਫਸੋਸ ਹੈ ਕਿ ਇਹਨਾਂ 6 ਸਾਲਾਂ 'ਚ ਇੱਕ ਵਾਰੀ ਵੀ ਪੰਜਾਬ ਦੇ ਕਿਸੇ ਮੰਤਰੀ ਨੇ, ਮੁੱਖ ਮੰਤਰੀ ਨੇ ਜਾਂ ਕਿਸੇ ਹੋਰ ਅਫਸਰ ਨੇ ਕੋਈ ਮੇਰੇ ਤਾਈਂ ਅਪਰੋਚ ਵੀ ਕੀਤੀ ਹੋਈ ਕਿਸੇ ਵੀ ਚੀਜ਼ ਦੇ ਨਾਲ ਕਿ ਅਸੀਂ ਸਾਡੇ ਜਲੰਧਰ ਇਲਾਕੇ 'ਚ ਇੰਨੇ ਹੁਸ਼ਿਆਰਪੁਰ 'ਚ ਇਹ ਫਲ ਇਹ ਸਬਜ਼ੀਆਂ ਆਲੂ ਹੈਗੇ ਤੁਸੀਂ ਸਾਨੂੰ ਇਹਦੇ ਵਾਸਤੇ ਗ੍ਰਾਂਟ ਤੋਂ ਅਸੀਂ ਕਰਨਾ ਚਾਹੁੰਦੇ ਹਾਂ, ਜਾਂ ਸਾਡੇ ਮਾਲਵੇ 'ਚ ਕਿੰਨੂ ਹੈਗੇ ਹੈਗੇ ਇਹਦੇ ਕਰਨਾ ਚਾਹੁੰਦੇ ਆ, ਜਾਂ ਦੁੱਧ ਦਾ ਕੰਮ। ਇੱਕ ਵਾਰੀ ਇੱਕ ਪ੍ਰਪੋਜ਼ਲ ਲੈ ਕੇ ਇੱਕ ਵਾਰੀ ਵੀ ਮੇਰੇ ਕੋਲ ਨਹੀਂ ਆਏ। ਜਿੰਨੇ ਵੀ ਪੰਜਾਬ 'ਚ ਮੇਰਾ ਖਿਆਲ 50 ਪ੍ਰਪੋਜ਼ਲਸ ਹੋਣਗੇ ਜਿਹੜੇ ਮੈਂ ਆਪਣੇ ਬਲਬੂਤੇ ਦੇ ਨਾਲ ਲੋਕਾਂ ਦੇ ਕੋਲ ਅਪਰੋਚ ਕਰਕੇ ਜਾਂ ਜੋ ਮੇਰੇ ਤਾਈਂ ਪਹੁੰਚ ਕਰ ਗਿਆ ਉਹਨਾਂ ਨੂੰ ਮੈਂ ਸੈਂਕਸ਼ਨ ਕੀਤਾ ਹੈ। ਮੇਰਾ ਖਿਆਲ 1500-1600 ਕਰੋੜ ਦੇ ਹੈਗੇ ਜਿਹਦੇ ਨਾਲ ਸ਼ਾਇਦ 3-4 ਹਜ਼ਾਰ। ਹੁਣ ਮੈਗਾ ਫੂਡ ਪਾਰਕ ਤੁਸੀਂ ਲਾਡੋਵਾਲ 'ਚ ਦੇਖਿਆ ਹੈਗਾ, ਉਹ 2014 ਵਿੱਚ ਬਣਨ ਸਾਰੀ 15 ਵਿੱਚ ਬਾਦਲ ਸਾਹਿਬ ਨੇ ਐਕਵਾਇਰ ਕਰਕੇ ਪੂਰਾ ਪਾਰਕ ਤਿਆਰ ਪਿਆ ਹੈਗਾ, ਲੇਕਿਨ ਬਿਜਲੀ ਦਾ ਇੱਕ ਟਰਾਂਸਫਾਰਮਰ ਨਾ ਲਗਾਉਣ ਕਰਕੇ, ਬਿਜਲੀ ਦੀ ਕਨੈਕਸ਼ਨ ਨਾ ਦੇਣ ਕਰਕੇ ਉਹਦੇ ਮੈਗਾ ਫੂਡ ਪਾਰਕ ਚੱਲਿਆ ਨਹੀਂ। ਲੇਕਿਨ ਮੈਗਾ ਫੂਡ ਪਾਰਕ 'ਤੇ ਜਿਹੜੀ 40-50 ਦੂਜੀ ਕੰਪਨੀਆਂ ਲੱਗ ਸਕਦੀਆਂ ਯੂਨਿਟਸ, ਗੋਦਰੇਜ ਟਾਈਸਨ ਦੀ ਵੱਡੀ ਕੰਪਨੀ ਹੋਏ, ਉੱਥੇ ਇੱਕ ਬਾਲਾਜੀ ਚਿਪਸ ਆਲੂਆਂ ਵਾਸਤੇ ਉਹਨਾਂ ਨੂੰ ਮੈਂ ਪੈਸੇ ਦੇ ਕੇ ਉਹਨਾਂ ਦੀ ਬਹੁਤ ਸਟੇਟ ਆਫ ਦੀ ਆਰਟ ਸਭ ਤੋਂ ਮਾਡਰਨ ਮਸ਼ੀਨਰੀ ਦੇ ਨਾਲ ਬਹੁਤ ਵਧੀਆ ਫੈਕਟਰੀ ਜਿੱਥੇ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲ ਰਿਹਾ ਹੈਗਾ, ਕਿਸਾਨਾਂ ਦੀ ਲੋਕਲ ਕਿਸਾਨਾਂ ਦੀ ਫਸਲ ਵੀ ਉੱਥੇ ਜਾਰੀ ਉਹ ਸ਼ੁਰੂ ਹੋ ਗਈ। ਲੇਕਿਨ ਅੱਜ ਤੱਕ ਬਿਜਲੀ ਲਗਾ ਕੇ ਮੈਗਾ ਫੂਡ ਪਾਰਕ ਨੂੰ ਨਹੀਂ ਸ਼ੁਰੂ ਕੀਤਾ। ਲੇਕਿਨ ਪੰਜਾਬ ਦੇ ਸੀਐਮ ਹਮੇਸ਼ਾ ਤੁਹਾਡੇ ਤੇ ਹਮਲਾ ਕਰਦੇ ਆ ਕਿ ਜਿਹੜੀ ਜੀਐਸਟੀ ਪੰਜਾਬ ਦਾ ਹੱਕ ਹੈ ਉਹਦੇ ਵਿੱਚ ਤੁਸੀਂ ਉਹਨਾਂ ਦੀ ਮਦਦ ਨਹੀਂ ਕਰਦੇ। ਠੀਕ ਹੈ, ਉਹ ਨਹੀਂ ਆ ਰਹੇ ਪ੍ਰੋਜੈਕਟਸ ਲਈ, ਪਰ ਤੁਸੀਂ ਇਹਦੇ ਵਿੱਚ ਤੇ ਸ਼ਾਇਦ ਮੋਦੀ ਸਾਹਿਬ ਨੂੰ ਕੁਝ ਕਹਿ ਸਕਦੇ ਹੋ ਕਿ ਜੋ ਵੀ ਇਹਨਾਂ ਦੀ ਜ਼ਰੂਰਤਾਂ ਹੈਗੀਆਂ ਨੇ ਸਰਕਾਰ ਦੀਆਂ ਜੀਐਸਟੀ ਦੀਆਂ, ਔਰ ਉਹਦੇ ਵਿੱਚ ਕੁਝ ਕੀਤਾ ਜਾਵੇ। ਕੈਪਟਨ ਸਾਹਿਬ ਤਾਂ ਵੀ ਕਹਿੰਦੇ ਨੇ ਕਿ ਉਹਨਾਂ ਦਾ ਬੰਦਾ ਹੱਕ ਉਹਨਾਂ ਨੂੰ ਮਿਲਦਾ ਨਹੀਂ, ਲੇਕਿਨ ਮੈਂ ਤਾਂ ਸਾਰੇ ਕਾਗਜ਼ ਦਿਖਾ ਦਿੱਤੇ ਨੇ ਕਿ ਪਿਛਲੇ 3 ਮਹੀਨੇ ਦੀ ਜਦੋਂ ਤੋਂ ਕੋਵਿਡ ਹੋਇਆ ਹੈ 6-7 ਹਜ਼ਾਰ ਕਰੋੜ ਦੀ ਜੀਐਸਟੀ ਇਹਨਾਂ ਦੇ ਕੋਲ ਆਈ ਹੈਗੀ। ਇਹਨਾਂ ਨੂੰ ਕੈਪਟਨ ਸਾਹਿਬ ਨੂੰ ਤਾਂ ਮੈਂ ਕਿਸੇ ਚੈਨਲ 'ਚ ਸੁਣਿਆ, ਇਹਨਾਂ ਤੋਂ ਆਈ ਨਹੀਂ ਪਤਾ ਸੀਗਾ ਕਿ ਕੇਂਦਰ ਦੀ ਸਰਕਾਰ ਨੇ ਕੋਵਿਡ ਦੀ ਲੜਾਈ ਵਾਸਤੇ ਨੈਸ਼ਨਲ ਹੈਲਥ ਮਿਸ਼ਨ ਤੋਂ ਇਹਨਾਂ ਨੂੰ ਕਿੰਨੇ ਕਰੋੜ ਰੁਪਏ ਭੇਜੇ ਸੀ, ਕਹਿੰਦਾ ਸਾਨੂੰ ਦਵਾਈ ਨਹੀਂ ਮਿਲੀ। ਸੋ ਕੈਪਟਨ ਸਾਹਿਬ ਜੀ ਆਪਣੇ ਨਵਾਂ ਬਣਾਇਆ ਹੋਇਆ ਫਾਰਮ ਹਾਊਸ ਹੁਣ ਮੁੱਖ ਮੰਤਰੀ ਆਵਾਸ ਨੂੰ ਛੱਡ ਕੇ ਤੁਸੀਂ ਆਪ ਦੇ ਕਿਸੇ ਫਾਰਮ ਹਾਊਸ 'ਚ ਐਸ਼ੋਆਰਾਮ 'ਚ ਵੜ ਜਾਓਗੇ ਤਾਂ ਇਕੱਲੇ 2 ਮਿੰਟ ਵਾਸਤੇ ਕੋਈ ਤੁਹਾਡੀ ਰਿਕਾਰਡਿੰਗ ਲੈ ਕੇ ਕਿਸੇ ਨਾਲ ਗੱਲ ਕਰੋ ਨਾ, ਉਸ ਫਾਰਮ ਹਾਊਸ ਦੇ ਵਿੱਚ ਕੋਈ ਵੜ ਸਕੇ, ਨਾ ਕੋਈ ਮੰਤਰੀ ਨਾ ਕੋਈ ਸੰਤਰੀ, ਆਮ ਪਬਲਿਕ ਨੇ ਤਾਂ ਕੀ ਜਿਹਨੂੰ ਬੁਲਾ ਲਿਆ ਉਹਦੇ ਨਾਲ ਗਏ। ਇਸ ਤਰ੍ਹਾਂ ਸਰਕਾਰ ਚੱਲਦੀ ਹੈ। ਸੋ ਕੈਪਟਨ ਸਾਹਿਬ ਨੂੰ ਹਮਲਾ ਕਰਨ ਤੋਂ ਬਜਾਏ ਹੋਰ ਕੁਝ ਹੈ ਨਹੀਂ। ਜੇ ਸਮਾਂ ਮਿਲਦਾ ਹੈ ਤਾਂ ਹਮਲਾ ਕਰ ਦੇਣਗੇ, ਲੇਕਿਨ ਉਹਨਾਂ ਦੇ ਹਮਲਿਆਂ ਦੇ ਮੇਰੇ ਤੇ ਕੋਈ ਅਸਰ ਨਹੀਂ। ਪੰਜਾਬ ਦੇ ਹੱਕਾਂ ਵਾਸਤੇ ਜਿੱਥੇ ਵੀ ਭਾਵੇਂ ਮੈਨੂੰ ਕਿਸੇ ਮਹਿਕਮੇ ਦਾ ਕੁਝ ਪਤਾ ਹੋਏ, ਹੁਣ ਇਹ ਸੜਕ ਜਿਹੜੀ ਨਵੀਂ ਵਾਲੀ ਜਿਹੜੀ ਦਿੱਲੀ ਤੋਂ ਲੈ ਕੇ ਜੰਮੂ ਕਟਰਾ ਤਾਈਂ ਬਣ ਰਹੀ ਹੈ ਐਕਸਪ੍ਰੈਸਵੇ, ਤੁਸੀਂ ਦੇਖੋ ਕ੍ਰੈਡਿਟ ਕਿਹਨੂੰ ਦਿੰਦੇ ਹੋ ਤੁਸੀਂ? ਕਿਉਂਕਿ ਪਹਿਲਾਂ ਕਿਹਾ ਜਾ ਰਿਹਾ ਸੀ ਅੰਮ੍ਰਿਤਸਰ ਸਾਹਿਬ ਨੂੰ ਬਾਹਰ ਰੱਖਾਂਗੇ ਅਸੀਂ, ਔਰ ਸਾਰਿਆਂ ਨੇ ਮਿਲ ਕੇ ਇਹਦੇ ਵਿੱਚ ਬੜਾ ਯੋਗਦਾਨ ਪਾਇਆ। ਮੈਂ ਸਿਰਫ ਆਹੀ ਕਹਿਣਾ ਚਾਹਾਂਗੀ ਕਿ 2016 'ਚ ਗਡਕਰੀ ਸਾਹਿਬ ਨੇ ਇਹ ਸੜਕ ਮਨਜ਼ੂਰ ਕਰਤੀ ਸੀ। 2016 'ਚ ਕਿਹਦੀ ਸਰਕਾਰ ਸੀ, ਕਿਹਦੀ ਵਿਜ਼ਨ ਸੀਗੀ ਆ ਪੰਜਾਬ 'ਚ ਜਿਹੜੀ ਸੜਕਾਂ ਦਾ ਜਾਲ ਵਿਛਿਆ ਹੈਗਾ, ਜਿਹੜਾ ਹਰੇਕ ਰੇਲਵੇ ਫਾਟਕ ਦੇ ਉੱਪਰ ਇੰਨਾ ਸੋਨਾ ਪੁਲ ਬਣਿਆ ਹੈ ਕਿ ਤੁਸੀਂ ਪੰਜਾਬ ਦੇ ਇੱਕ ਕੋਨੇ ਤੋਂ ਦੂਜੇ ਕੋਨੇ 'ਚ 2.5 ਘੰਟੇ ਦੇ ਅੰਦਰ ਪਹੁੰਚ ਸਕਦੇ ਹੋ। ਕਿਹੜੀ ਸਰਕਾਰ ਨੇ ਕੀਤਾ? 3 ਸਾਲਾਂ 'ਚ ਕਿਹੜਾ ਪੁਲ ਬਣਿਆ ਹੈ ਤਾਂ ਕਿਹੜੀ ਸੜਕ ਬਣੀ ਹੈ? ਜੇ ਬਣੀ ਹੈ ਤਾਂ ਉਹੀ ਜਿਹੜੇ ਸਾਡੇ ਟਾਈਮ ਤੋਂ ਬਣ ਰਹੀ। ਸੋ 2016 'ਚ ਜਿਨ੍ਹਾਂ ਨੇ ਮਨਜ਼ੂਰੀ ਲੈ ਕੇ ਦਿੱਤੀ ਸੀ, ਜਿਨ੍ਹਾਂ ਨੇ ਹਰਿਆਣੇ ਦੇ ਮੁੱਖ ਮੰਤਰੀ ਨੂੰ ਲੈ ਕੇ ਗਡਕਰੀ ਸਾਹਿਬ ਦੇ ਕੋਲ ਸੁਖਬੀਰ ਜੀ ਜਾ ਕੇ ਉਹ ਨਕਸ਼ੇ 'ਚ ਲਾਈਨ ਲਗਾ ਕੇ ਕਿ ਜੇ ਇਹ 9 ਘੰਟੇ ਦਾ 8 ਘੰਟੇ ਦਾ ਸਫ਼ਰ ਦਿੱਲੀ ਤੋਂ ਅੰਮ੍ਰਿਤਸਰ 'ਚ
ਜੇ ਇਹ 3.5 ਘੰਟਿਆਂ 'ਚ ਹੋ ਜਾਏ ਤਾਂ ਪੰਜਾਬ ਦੀ ਇਕਨੋਮੀ ਬਦਲ ਜਾਊਗੀ। ਜੇ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਸਾਹਿਬ ਵਾਸਤੇ ਇੱਕ ਇਹੋ ਜਿਹਾ ਸੁਪਨਾ ਦੇਖਿਆ ਕਿ ਇਟਲੀ 'ਚ ਲੋਕੀ ਵੈਟੀਕਨ ਦੇਖਣ ਵਾਸਤੇ ਦੁਨੀਆ ਭਰ ਦੇ ਜਾਂਦੇ ਨੇ, ਸਾਡਾ ਅੰਮ੍ਰਿਤਸਰ ਸਾਹਿਬ 1000 ਗੁਣਾ ਉਸ ਤੋਂ ਬਖਸ਼ਿਸ਼ ਵਾਲਾ, ਕਿਉਂ ਇਸ ਤਰ੍ਹਾਂ ਦੀ ਸੁੰਦਰੀਕਰਨ ਮੈਂ ਉੱਥੇ ਕਰਦਾ ਕਿ ਦੁਨੀਆ ਭਰ ਦੇ ਲੋਕ ਇੱਥੇ ਆਣ। ਜੇ ਸੁੰਦਰੀਕਰਨ ਵੀ ਤੁਹਾਡੇ ਸਾਹਮਣੇ ਹੈਗਾ, ਸੜਕ ਦੀ ਮਨਜ਼ੂਰੀ ਦਿਲਵਾਤੀ ਕਿ 3.5 ਘੰਟੇ। ਤੁਸੀਂ ਦੇਖੋ ਜਦੋਂ ਦਰਬਾਰ ਸਾਹਿਬ ਦਾ ਸੁੰਦਰੀਕਰਨ ਹੋਇਆ ਉੱਥੇ ਕਿੰਨੇ ਸਾਰੇ ਸ਼ਰਧਾਲੂ ਵੀ ਵੱਧ ਗਏ, ਟੂਰਿਜ਼ਮ ਕਿੰਨੀ ਵੱਧ ਗਈ ਹੈ, ਉਸ ਪੂਰੇ ਸ਼ਹਿਰ ਦੀ ਇਕਨੋਮੀ ਕਿੰਨੀ ਬਦਲ ਗਈ ਹੈ। ਤੇ ਜਦ 3.5 ਘੰਟੇ ਦਾ ਰਸਤਾ ਹੋਗਾ, ਬੰਦਾ ਸਵੇਰੇ ਗੱਡੀ ਫੜ ਕੇ ਦੁਪਹਿਰ ਤਾਈਂ ਪਹੁੰਚ ਕੇ ਉੱਥੇ ਵਾਪਸ ਪਹੁੰਚ ਜੂਗਾ, ਕਿੰਨੀ ਵੱਡੀ ਦੇਣ। ਸੋ ਕਿਹਨੇ ਦੇਣ ਦਿੱਤੀ ਸੀ? ਇਹ 3 ਸਾਲਾਂ 'ਚ ਤੇ ਬਣ ਜਾਣਾ ਸੀਗਾ, ਕਿਉਂ ਨਹੀਂ ਬਣਿਆ? ਕਿਉਂਕਿ ਜਿਹੜਾ ਕਾਂਗਰਸ ਦਾ PWD ਮੰਤਰੀ ਬੰਦਾ ਸੀ ਉਹ ਆਪਦੇ ਇਲਾਕੇ ਤੋਂ ਇੱਥੋਂ ਕੱਢ ਦੋ, ਉੱਥੋਂ ਕੱਢ ਦੋ, ਇੱਥੋਂ ਕੱਢ ਦੇ। 3 ਸਾਲ ਇਹ ਗੱਲ ਉੱਥੇ ਹੀ ਪੜੀ ਰਹੀ। ਅਖੀਰ 'ਚ ਗਡਕਰੀ ਸਾਹਿਬ ਨੂੰ ਇੱਕ ਵਾਰ ਫੇਰ ਬੇਨਤੀ ਕਰਕੇ ਕਿ ਉਹਨੂੰ ਰਿਵਾਈਵ ਕਰੋ। ਤੇ ਇੰਨੀ ਦੇਰੀ ਵਿੱਚ, ਕਿਉਂਕਿ 550 ਸਾਲਾ ਗੁਰੂ ਸਾਹਿਬ ਦਾ ਵੀ ਸੀਗਾ, ਉਸ ਇਲਾਕੇ ਵਿੱਚ ਆਣਾ ਜਾਣਾ ਜਦ ਵਧਿਆ, ਬਹੁਤ ਸਾਰੇ ਦੁਨੀਆ ਭਰ ਤੋਂ ਲੋਕੀ ਸ਼ਰਧਾਲੂ ਉੱਥੇ ਵੀ ਆ ਰਹੇ ਨੇ। ਤੇ ਕਿੰਨੇ ਸਾਰੇ ਗੁਰੂ ਸਾਹਿਬ ਦੇ ਇਤਿਹਾਸਿਕ ਸਥਾਨ ਆਪਾਂ ਜੇ ਦੇਖੀਏ, ਜਿਹੜੀ ਮੰਗ ਆਈ ਉਸ ਇਲਾਕੇ ਦੇ ਲੋਕਾਂ ਦੀ ਕਿ ਇੱਕ ਸਿੱਖ ਸਰਕਟ ਬਣਾਇਆ ਜਾਏ, ਕਿਉਂਕਿ ਰਿਲੀਜੀਅਸ ਟੂਰਿਜ਼ਮ 'ਚ ਬਹੁਤ ਵੱਡਾ ਯੋਗਦਾਨ। ਤੁਸੀਂ ਆਪ ਦੇਖੋ ਕਿ ਸੁਲਤਾਨਪੁਰ ਲੋਧੀ ਸਾਹਿਬ ਪਹਿਲੇ ਪਾਤਸ਼ਾਹੀ ਦਾ, ਉਹਦੇ ਬਾਅਦ ਗੋਇੰਦਵਾਲ ਸਾਹਿਬ, ਉਹਦੇ ਬਾਅਦ ਤਰਨਤਾਰਨ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ, ਇਹ ਸਾਰੇ ਆਪਣੇ 4-5 ਆਪਣੇ ਜੇ 10 ਵਿੱਚੋਂ ਦੇਖ ਲਈਏ, ਗੁਰੂ ਨਾਨਕ ਸਾਹਿਬ ਦਾ, ਗੁਰੂ ਅਮਰਦਾਸ ਜੀ ਦਾ, ਗੁਰੂ ਅਰਜਨ ਦੇਵ ਜੀ ਦਾ, ਗੁਰੂ ਰਾਮਦਾਸ ਪਾਤਸ਼ਾਹ ਜੀ ਦਾ, ਕਿੰਨੇ ਸਾਰੇ ਗੁਰੂਆਂ ਦੇ ਬਹੁਤ ਇਤਿਹਾਸਿਕ ਗੁਰਦੁਆਰਾ ਸਾਹਿਬ, ਜਿਹਦੇ ਕਰਕੇ ਰਿਕੁਐਸਟ ਕੀਤਾ ਗਡਕਰੀ ਸਾਹਿਬ ਨੂੰ, ਮੈਂ ਚਿੱਠੀ ਲਿਖੀ ਕਿ ਨਕੋਦਰ ਤੋਂ ਤੁਸੀਂ ਇੱਕ ਹੋਰ ਗ੍ਰੀਨ ਫੀਲਡ ਤੁਸੀਂ ਕੱਢ ਕੇ ਸੜਕ ਨਕੋਦਰ ਤੋਂ ਤੁਸੀਂ ਸੁਲਤਾਨਪੁਰ ਲੋਧੀ ਸਾਹਿਬ ਨੂੰ, ਗੋਇੰਦਵਾਲ ਸਾਹਿਬ ਨੂੰ, ਤਰਨਤਾਰਨ ਸਾਹਿਬ ਨੂੰ, ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ, ਸ਼੍ਰੀ ਖਡੂਰ ਸਾਹਿਬ ਨੂੰ, ਇਹ ਸਾਰਿਆਂ ਨੂੰ ਜੋੜ ਕੇ ਇਹ ਇਤਿਹਾਸਿਕ ਸਥਾਨਾਂ 'ਚ ਜੇ ਹੋ ਜਾਊਗਾ ਤੇ ਇੱਕ ਨਵਾਂ ਸਿੱਖ ਸਰਕਟ ਬਣ ਜਾਊਗਾ ਧਾਰਮਿਕ ਪੱਖੋਂ। ਤੇ ਜਿਵੇਂ ਅੰਮ੍ਰਿਤਸਰ ਸਾਹਿਬ ਦੀ ਇਕਨੋਮੀ ਵਧੀ, ਟੂਰਿਜ਼ਮ ਵਧੀ, ਦਰਬਾਰ ਸਾਹਿਬ ਦੀ ਸੁੰਦਰੀਕਰਨ ਕਰਕੇ ਹੁਣ ਇਹ ਸੜਕ ਬਣਨ ਦੇ ਨਾਲ 550 ਸਾਲਾ ਗੁਰੂ ਸਾਹਿਬ ਦੇ ਸੰਬੰਧਤ ਨਾਲ ਦੁਨੀਆ ਭਰ ਦੇ ਲੋਕੀ ਅੰਮ੍ਰਿਤਸਰ ਜਦ ਆਣਗੇ, ਇਹ ਸਰਕਟ 'ਚ ਜਾਣਗੇ, ਜ਼ਮੀਨਾਂ ਦੀ ਤਾਂ ਜਿਹੜੀ ਕੀਮਤ ਵਧੂਗੀ, ਇਹ ਲੋਕਾਂ ਦੀ ਇਕਨੋਮੀ ਕਿੰਨੀ ਫਾਇਦਾ ਹੋਊਗਾ। ਸੋ ਇਹ ਵੀ ਉਹਨਾਂ ਨੇ ਮਨਜ਼ੂਰੀ ਦਿੱਤੀ। ਸੋ ਕ੍ਰੈਡਿਟ ਕਿਹਨੂੰ ਜਾਂਦਾ ਹੈ? ਜਿਹੜੇ ਬੰਦਿਆਂ ਨੇ ਦਿਲੋਂ ਪੰਜਾਬ ਦਾ ਸੁਧਾਰ ਕਰਨ ਵਾਸਤੇ ਦਿਨ ਰਾਤ ਮਿਹਨਤ ਕੀਤੀ। ਅੱਜ ਉਹ ਕੀਤੀ ਹੋਈ ਮਿਹਨਤ, ਉਹ ਕੀਤੇ ਹੋਏ ਕੰਮ ਬੋਲਦੇ ਨੇ। ਕ੍ਰੈਡਿਟ ਲੈਣ ਵਾਸਤੇ ਜਿਨ੍ਹਾਂ ਨੇ ਝੂਠੀ ਸੌਂਹਾਂ ਖਾਧੀਆਂ, ਸਰਕਾਰਾਂ ਬਣਾਉਣ ਵਾਸਤੇ ਝੂਠੇ ਵਾਅਦੇ ਕੀਤੇ, ਉਹ ਵੀ ਚੀਜ਼ਾਂ ਬੋਲਦੀਆਂ ਨੇ। ਅੱਛਾ, ਇੱਕ ਆਖਰੀ ਸਵਾਲ, 1.5 ਸਾਲ ਰਹਿ ਗਏ ਇਲੈਕਸ਼ਨਸ ਨੂੰ ਔਰ ਤੁਸੀਂ ਦਿੱਲੀ ਰਹਿੰਦੇ ਹੋ, ਔਰ ਅਰਵਿੰਦ ਕੇਜਰੀਵਾਲ ਦੇ ਕੰਮ ਕਿਵੇਂ ਦੇਖਦੇ ਹੋ? ਔਰ ਅਜਿਹਾ ਕਿਹਾ ਜਾ ਰਿਹਾ ਕਿ ਜਿਹੜੇ ਨਵਜੋਤ ਸਿੱਧੂ ਨੇ, ਕਾਂਗਰਸ ਦੇ ਨੇਤਾ, ਨਾਰਾਜ਼ ਹੋ ਕੇ ਘਰ ਬੈਠੇ ਨੇ, ਉਹ ਸ਼ਾਇਦ ਆਪ ਚਾਹ ਰਹੇ ਆ ਔਰ ਬੜੀਆਂ ਬਹੁਤ ਜ਼ਿਆਦਾ 2 ਦਿਨ ਤੋਂ ਅਫਵਾਹਾਂ ਫੈਲ ਰਹੀਆਂ। ਔਰ ਉਹਨਾਂ ਦਾ ਕਹਿਣਾ ਹੈ ਕਿ ਜੀ ਮੈਂ ਸਰਕਾਰ ਤੋਂ ਬਾਹਰ ਇਸ ਲਈ ਹਾਂ ਕਿ ਕਾਂਗਰਸ ਸਰਕਾਰ ਨੇ ਜੋ ਬਰਗਾੜੀ ਚ ਹੋਇਆ ਸੀਗਾ ਉਹਦਾ ਉਹਨਾਂ ਨੇ ਜਾਂਚ ਨਹੀਂ ਕਰਾਈ, ਮੈਂ ਇਸ ਲਈ ਹਾਂ। ਕਿੰਨਾ ਸੀਰੀਅਸਲੀ ਆਪ ਨੂੰ ਤੁਸੀਂ ਮੰਨਦੇ ਹੋ ਕਿ ਪੰਜਾਬ 'ਚ ਪਲੇਅਰ ਹੋਏਗਾ ਉਹ? ਜਿੰਨਾ 2000 'ਚ ਸੀਰੀਅਸ ਪਲੇਅਰ ਸੀਗਾ, ਉਸ ਤੋਂ ਵੱਧ ਸੀਰੀਅਸ ਤਾਂ ਨਹੀਂ ਨਾ। ਉਹਨਾਂ ਦਾ ਭੁਲੇਖਾ ਤਾਂ ਲੋਕਾਂ ਦੇ ਮਨੋਂ ਤੋਂ ਨਿਕਲ ਗਿਆ, ਪਹਿਲੀ ਵਾਰ ਹੀ ਭੁਲੇਖਾ ਸੀਗਾ ਨਾ। ਸੋ ਜਿੰਨਾ ਸੀਰੀਅਸ ਪਲੇਅਰ 17 'ਚ ਸੀਗਾ, ਰਿਜ਼ਲਟ ਨਿਕਲ ਕੇ ਦੇਖ ਲਿਆ, ਨਿਕਲਿਆ ਕਿ ਲੇਕਿਨ ਦਿੱਲੀ ਸਰਕਾਰ ਬਣਾ ਕੇ ਫਿਰ ਵੀ ਨਹੀਂ। ਦਿੱਲੀ ਸਰਕਾਰ 'ਚ ਦਿੱਲੀ ਦੇ ਕੰਮ ਤਾਂ ਜਾ ਕੇ ਦੇਖੋ। ਅੱਜ ਇੰਨੀ ਜੀ ਦਿੱਲੀ ਹੈਗੀ, ਇੰਨਾ ਵੱਡਾ ਮਹਾਰਾਸ਼ਟਰ, ਕੋਵਿਡ ਨੂੰ ਜਿਹੜਾ ਕੰਟਰੋਲ ਨਹੀਂ ਕਰ ਪਾਏ ਦਿੱਲੀ ਵਿੱਚ ਬੈਠੇ, ਤੇ ਉਹਨਾਂ ਨੇ ਹੋਰ ਕਿੰਨੇ ਕੰਮ ਕੀਤੇ। ਕਈ ਲੋਕੀ ਹੁੰਦੇ ਨੇ, ਸਾਡੇ ਬਹੁਤ ਸਾਰੇ ਵਿਰੋਧੀ ਹੈਗੇ ਨੇ ਇਹਦੇ ਵਿੱਚ, ਕਾਂਗਰਸ, ਪੰਜਾਬ ਦੀ ਕਾਂਗਰਸ ਸਰਕਾਰ ਨੂੰ ਵੀ ਤੇ ਆਮ ਆਦਮੀ ਨੂੰ ਵੀ, ਮੈਂ ਦਿੱਲੀ ਵਾਲੇ, ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਪੈਸੇ ਇਸ਼ਤਿਹਾਰਾਂ 'ਚ ਖਰਚਦੇ ਨੇ ਆਪਦੀ ਕੰਮ ਕਾਜਾਂ ਦੀ ਪ੍ਰਚਾਰ ਕਰਨ ਵਾਸਤੇ। ਉਹਨਾਂ ਦੇ ਇਹ ਹੁਨਰ ਹੁੰਦਾ ਹੈ ਲੋਕਾਂ ਨੂੰ ਕਿਵੇਂ ਗੁੰਮਰਾਹ ਕਰਨਾ। ਇਹੋ ਜਿਹੇ ਵੱਡੇ ਵੱਡੇ ਬੰਦਿਆਂ ਨੂੰ ਲੈ, ਜੇ ਤੁਹਾਨੂੰ ਦੱਸਦੇ ਕਿ ਇਲੈਕਸ਼ਨ ਕੈਂਪੇਨ 'ਚ ਕੀ ਝੂਠ ਮਾਰੋ, ਕੀ ਡਰਾਮਾ ਕਰੋ ਲੋਕਾਂ ਨੂੰ ਆਪਣੇ ਵੱਲ ਕਰਨ ਵਾਸਤੇ, ਵੱਡੇ ਵੱਡੇ ਇਸ਼ਤਿਹਾਰਾਂ ਵਾਸਤੇ ਅਰਬਾਂ ਕਰੋੜਾਂ ਲੋਕਾਂ ਦੇ ਪੈਸੇ ਉਹਦੇ ਵਿੱਚ ਲਾ ਕੇ ਮੈਂ ਆਹ ਕੀਤਾ ਉਹ ਕੀਤਾ। ਲੇਕਿਨ ਇਹ ਜਿਹੜੇ ਕਹਿੰਦੇ ਸੀ ਮੁਹੱਲਾ ਕਲੀਨਿਕ ਹੈਗਾ, ਮੇਰੇ ਹਸਪਤਾਲ ਇੰਨੇ ਚੰਗੇ ਨੇ, ਅੱਜ ਕੋਵਿਡ ਨੇ ਤਾਂ ਸਾਬਿਤ ਕਰਤਾ ਕਿ ਕੀ ਹਾਲਾਤ ਸੀਗੇ। ਸੋ ਕੰਮ ਕਰਨ ਵਾਲੀ ਸਰਕਾਰ ਨੂੰ ਇਸ਼ਤਿਹਾਰ ਦੇਣ ਦੀ ਲੋੜ ਨਹੀਂ ਹੁੰਦੀ। ਲੋਕਾਂ ਦੇ ਵੱਡੇ ਵੱਡੇ ਪੈਸੇ ਇਸ਼ਤਿਹਾਰਾਂ 'ਚ ਖਰਚਣ ਵਾਸਤੇ ਨਹੀਂ, ਲੇਕਿਨ ਲੋਕਾਂ ਦੀ ਤਕਲੀਫਾਂ ਦੂਰ ਕਰਨ ਵਾਸਤੇ ਹੁੰਦੇ। ਤੇ ਜਿਨ੍ਹਾਂ ਨੇ ਭੰਡੀ ਪ੍ਰਚਾਰ ਕਰਕੇ, ਝੂਠ ਮਾਰ ਕੇ ਸਰਕਾਰਾਂ ਬਣਾਉਂਦੀਆਂ, ਮੈਂ ਸਮਝਦੀ ਹਾਂ ਕਿ ਲੋਕੀ ਬਹੁਤ ਸਿਆਣੇ ਨੇ ਤੇ ਬਹੁਤ ਸੁਚੇਤ ਨੇ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਇੰਨਾ ਟਾਈਮ ਸਾਡੇ ਲਈ ਸਪੇਅਰ ਕੀਤਾ। ਇਹ ਸੀਗੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ। ਉਹਨਾਂ ਨੇ ਨਾ ਸਿਰਫ ਆਪਣੀ ਸਰਕਾਰ ਦੇ 6 ਸਾਲ ਦਾ ਹਿਸਾਬ ਦਿੱਤਾ ਔਰ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਵੀ ਬਹੁਤ ਸੀਰੀਅਸ ਸਵਾਲ ਉਠਾਏ ਨੇ। ਔਰ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਅਕਾਲੀ ਦਲ ਨੇ ਪਿਛਲੀ ਟਰਮ ਦੇ ਵਿੱਚ ਜਿਹੜੇ ਕੰਮ ਕੀਤੇ ਸੀ, ਉਹ ਲੋਕ ਜਿਹੜੇ ਆ ਹੁਣ ਯਾਦ ਕਰ ਰਹੇ ਆ ਔਰ
ਆਉਣ ਵਾਲੇ ਵਕਤ ਵਿੱਚ ਅਕਾਲੀ ਦਲ ਨੂੰ ਇਸ ਦਾ ਬਹੁਤ ਫਾਇਦਾ ਮਿਲੇਗਾ। ਔਰ ਆਮ ਆਦਮੀ ਪਾਰਟੀ 'ਚ ਜੋ ਅਟਕਲਾਂ ਲਗਾਈਆਂ ਜਾ ਰਹੀਆਂ ਨੇ ਕਿ ਨਵਜੋਤ ਸਿੱਧੂ ਆ ਕੇ ਉਹਨਾਂ ਲਈ ਬੈਟਿੰਗ ਕਰਨ ਵਾਲੇ ਆ, ਉਹਨਾਂ ਦਾ ਕਹਿਣਾ ਹੈ ਕਿ ਸ਼ਾਇਦ ਇਹ ਵੀ ਉਹਨਾਂ ਦਾ ਪੈਂਤਰਾ ਨਹੀਂ ਚੱਲੇਗਾ। ਔਰ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਸਾਡਾ ਇੰਟਰਵਿਊ ਬਹੁਤ ਪਸੰਦ ਆਇਆ ਹੋਵੇਗਾ।